ਦਿਵਸ ਰਾਤ ਦੁਇ ਦਾਏ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਧਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਸ਼੍ਰੀ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਰਾਮਦਾਸ ਗੁਣ ਸ਼੍ਰੀ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੈ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ।
ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਰੰਗ ਮਜੀਠੀ ਅੰਬਰ ਲਿਆਵੋ, ਸਰਬ ਸ਼ਰੀਰ ਇਸੀ ਪਹਿਰਾਵੋ। ਨਕ ਸਿਖ ਲੋ ਛਾਦਨ ਕਰ ਸਾਰੇ, ਪੁਨਿਆਨੋ ਤੁਮ ਨਿਕਟੇ ਹਮਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਈ, ਐਸੇ ਦੀਨ ਦਇਆਲ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੋਖ ਨਿਵਾਰਨ ਸਾਹਿਬ ਵਿਖੇ ਚੌਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ। ਐਸੇ ਦੀਨ ਦਇਆਲ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਪਿਛਲੇ ਪੈਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀ ਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਜੀ ਦੇ ਪਰਮ ਪਿਆਰ ਵਿੱਚ ਪਰੋਤੀ ਹੋਈ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ। ਉਤਮ ਭਾਗ ਹਨ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਮਨੁੱਖਾ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਰਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਪਾਤਸ਼ਾਹ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਵਿਖੇ ਜਿੱਥੇ ਸੰਗਤਾਂ ਨੂੰ ਪਾਵਨ ਉਪਦੇਸ਼ ਦੇ ਕਰਕੇ ਨਾਮ ਬਾਣੀ ਨਾਲ ਜੋੜ ਰਹੇ ਹਨ, ਉੱਥੇ ਹੀ ਇੱਥੋਂ ਦਾ ਇੱਕ ਰਹਿਣ ਵਾਲਾ ਤਪਾ ਜਿਹੜਾ ਗੁਰੂ ਸਾਹਿਬ ਨਾਲ ਈਰਖਾ ਕਰਦਾ ਹੈ, ਗੁਰੂ ਸਾਹਿਬ ਜੀ ਦਾ ਜਸ ਗੁਰੂ ਸਾਹਿਬ ਜੀ ਦੀ ਮਹਿਮਾ ਇਹਦੇ ਕੋਲੋਂ ਸਹਾਰ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਦਿਨ ਖੇਡ ਰਚੀ ਹੈ ਦਾ ਦਾਂਬੇ ਦਾ ਪਖੰਡ ਜਿਹੜਾ ਸੀ ਪਾਜ ਲੋਕਾਂ ਦੇ ਸਾਹਮਣੇ ਲਿਆਉਣ ਲਈ। ਜਿਹੜਾ ਗੁਰੂ ਘਰ ਦੇ ਵਿੱਚੋਂ ਭੋਜਨ ਛਕੇਗਾ ਉਹਨੂੰ 1 ਰੁਪਇਆ ਮਿਲੇਗਾ,
ਜਦੋਂ ਨਹੀਂ ਆਇਆ 2 ਰੁਪਈਏ 5 ਰੁਪਈਏ 10 ਰੁਪਈਏ ਫਿਰ ਵੀ ਨਹੀਂ ਆਇਆ, ਭਾਵੇਂ ਕਿ ਹੈ ਲੋਭੀ ਤੇ ਲਾਲਚੀ ਬਿਰਤੀ ਹੈ। ਹੁਣ ਜਦੋਂ ਸੋਨੇ ਦੀ ਮੋਹਰ ਦੀ ਗੱਲ ਕੀਤੀ ਕਿ ਉਹਨੂੰ ਇੱਕ ਮੋਹਰ ਦਿੱਤੀ ਜਾਏਗੀ ਜਿਹੜਾ ਭੋਜਨ ਛਕੇਗਾ, ਲਾਲਚ ਵਿੱਚ ਆ ਗਿਆ। ਹੁਣ ਸੋਚਦਾ ਕਿਵੇਂ ਜਾਵਾਂ, ਫਿਰ ਇਹਨੇ ਖਿਆਲ ਕੀਤਾ ਕਿ ਆਪਣੇ ਪੁੱਤਰ ਨੂੰ ਕੰਧ ਤੋਂ ਟਪਾ ਕੇ ਭੇਜ ਦੇਣਾ। ਪੁੱਤਰ ਨੂੰ ਕੰਧ ਤੇ ਬਿਠਾਇਆ, ਉਹਦੇ ਡਿੱਗਣ ਦੇ ਨਾਲ ਲੱਤ ਟੁੱਟ ਗਈ। ਜਿੰਨੇ ਵੀ ਉੱਥੇ ਬੈਠੇ ਲੋਕ ਭੋਜਨ ਛਕ ਰਹੇ ਸਨ, ਉਹ ਸਾਰਿਆਂ ਦੇ ਵਿੱਚ ਇਹਦਾ ਜਿਹੜਾ ਪਾਜ ਸੀ ਉਹ ਉਗੜ ਗਿਆ। ਪੰਜ ਲੋਕ ਸਭ ਹੱਸਣ ਲੱਗੇ। ਤਪਾ ਲੋਭ ਲੈ ਰਹਿ ਗਾਲਿਆ, ਜਿੱਥੈ ਥੋੜਾ ਧਨ ਵੇਖੈ ਤਿਥੈ ਤਪਾ ਪਿਟੈ ਨਾਹੀ। ਧਨ ਬਹੁਤਾ ਡਿਠੈ ਤਪੈ ਧਰਮ ਹਾਰਿਆ ਭਾਈ। ਇਹੋ ਤਪਾ ਨਾ ਹੋਵੇ ਬਗੁਲਾ ਹੈ ਬਹਿ ਸਾਧ ਜਨਾ ਵਿਚਾਰਿਆ। ਵਿਚਾਰਵਾਨ ਜਿੰਨੇ ਵੀ ਬੈਠੇ ਸਨ ਸਾਰਿਆਂ ਨੇ ਵੇਖਿਆ ਇਹ ਤੇ ਬਿਰਤੀ ਬਗਲੇ ਦੇ ਸਮਾਨ ਹੈ, ਇਹ ਤਪਾ ਨਹੀਂ, ਇਹ ਤਪਸਵੀ ਨਹੀਂ ਹੈ, ਪਰਮੇਸ਼ਰ ਦਾ ਭਗਤ ਨਹੀਂ ਹੈ। ਥੋੜਾ ਧਨ ਜਾਣ ਕੇ ਨਹੀਂ ਆਇਆ। ਜਦੋਂ ਸੋਨੇ ਦੀ ਮੋਹਰ ਸੁਣੀ ਹੈ ਤੇ ਪੁੱਤਰ ਨੂੰ ਭੇਜ ਦਿੱਤਾ। ਲੱਤ ਟੁੱਟੀ, ਸਾਰੇ ਹੱਸ ਪਏ, ਪਾਜ ਉਗੜ ਗਿਆ। ਗੁਰੂ ਸਾਹਿਬ ਜੀ ਨੇ ਭੋਜਨ ਛਕਣ ਤੋਂ ਮਨਾ ਨਹੀਂ ਕੀਤਾ, ਇਹਦੇ ਪੁੱਤਰ ਨੂੰ ਭੋਜਨ ਛਕਾਇਆ। ਇਸ ਤਰ੍ਹਾਂ ਦੇ ਨਾਲ ਇਹਦੀ ਇਹ ਹਾਲਤ ਜਿਹੜੀ ਹੈ ਸਾਰੀ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਿਆਨ ਕੀਤੀ ਗੌੜੀ ਕੀ ਵਾਰ ਦੇ ਅੰਦਰ ਸ਼ਲੋਕ ਰਚ ਕਰਕੇ, ਕਿ ਜਿਹਦੇ ਬਾਬਤ ਧਰਮ ਰਾਜ ਵੀ ਜਿਹੜਾ ਹੈ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੈ ਖੜ ਪਾਏ ਉਹ ਜਿੱਥੈ ਮਹਾ ਮਹਾ ਹਥਿਆਰਿਆ। ਫਿਰ ਇਸ ਤਪੈ ਦੇ ਮੂੰਹ ਕੋਈ ਲੱਗੋ ਨਾਹੀ, ਇਹ ਸਤਿਗੁਰ ਹੈ ਫਟਕਾਰਿਆ। ਗੁਰੂ ਘਰ ਦੇ ਵੱਲੋਂ ਫਟਕਾਰਿਆ ਹੋਇਆ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹਦਾ ਜਿਹੜਾ ਪਾਜ ਸੀ ਉਹ ਸਾਰਿਆਂ ਦੇ ਸਾਹਮਣੇ ਹੋਇਆ। ਬੜਾ ਲੱਜਤ, ਬੜਾ ਸ਼ਰਮਿੰਦਾ ਹੋਇਆ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਖੇ ਲਾਹੌਰ ਦਾ ਰਹਿਣ ਵਾਲਾ ਇੱਕ ਖੱਤਰੀ ਪ੍ਰੇਮਾ ਖਾਹੀ ਨਗਰ ਸੀ। ਇਹਦਾ ਸਰੀਰ ਤੇ ਕੋਹੜ ਹੋ ਗਿਆ। ਕੋਹੜ ਦਾ ਰੋਗ ਹੋਣ ਦੇ ਨਾਲ ਨਾ ਇਹਦਾ ਮਾਤਾ ਪਿਤਾ ਸੀ, ਨਾ ਕੋਈ ਭੈਣ ਭਰਾ ਸੀ, ਇਕੱਲਾ ਹੀ ਸੀ। ਮਾਤਾ ਪਿਤਾ ਵੀ ਅਕਾਲ ਚਲਾਣ ਕਰ ਗਏ, ਹੋਰ ਕੋਈ ਭੈਣ ਭਰਾ ਹੈ ਨਹੀਂ ਸੀ। ਐਸਾ ਭਿਆਨਕ ਰੋਗ ਸੀ, ਹੱਥ ਪੈਰ ਝੜ ਗਏ, ਸਿਰ ਤੇ ਸਰੀਰ ਦੇ ਉੱਤੇ ਮੱਖੀਆਂ ਭਿਣਕਦੀਆਂ, ਬਦਬੂ ਮਾਰਦੀ ਹੈ, ਕੋਈ ਇਹਦੇ ਨੇੜੇ ਨਹੀਂ ਟੁਕਦਾ। ਗਲ ਦੇ ਵਿੱਚ ਮਿੱਟੀ ਦਾ ਭਾਂਡਾ ਪਾਇਆ, ਕਿਸੇ ਨੂੰ ਤਰਸ ਆਉਂਦਾ ਤੇ ਉਹਦੇ ਵਿੱਚ ਭੋਜਨ ਪਾ ਦਿੰਦੇ। ਰਿੜ ਕੇ ਜਾਂਦਾ ਜਿੱਥੇ ਜਾਂਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮਹਿਮਾ ਸੁਣੀ ਹੈ। ਕਿਸੇ ਨਾ ਕਿਸੇ ਤਰ੍ਹਾਂ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ ਤੇ ਜਦੋਂ ਗੋਇੰਦਵਾਲ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਦੁਆਰ ਤੇ ਪਹੁੰਚਿਆ ਤੇ ਕਹਿ ਦਿੱਤਾ ਕਿ ਤੂੰ ਕੋਹੜੀ ਹੈ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦਾ। ਮਨ ਦੇ ਅੰਦਰ ਜਿਹੜਾ ਹੈ ਬੜੀ ਪੀੜਾ, ਬੜਾ ਦੁੱਖ ਇਹ ਮਹਿਸੂਸ ਹੋਇਆ। ਬੜਾ ਤੰਗ ਹੋ ਕੇ, ਬੜਾ ਔਖਾ ਹੋ ਕੇ ਪਹੁੰਚਿਆ। ਇੱਥੇ ਪਹੁੰਚ ਕੇ ਵੀ ਗੁਰੂ ਦੇ ਦੀਦਾਰ ਨਹੀਂ ਹੋਣਗੇ। ਪਰ ਫਿਰ ਅੰਦਰੋਂ ਪ੍ਰੇਮ ਜਾਗਿਆ ਤੇ ਪ੍ਰੇਮ ਦੇ ਵਿੱਚ ਜਾਗਿਆ ਹੋਇਆ ਕਹਿੰਦਾ ਮੇਰਾ ਗਿਆ ਕਸੋਟਾ ਲੱਧਾ, ਮੇਰਾ ਗਿਆ ਕਸੋਟਾ ਲੱਧਾ। ਇਹ ਗਾਈ ਜਾ ਰਿਹਾ ਹੈ ਕਿ ਹੁਣ ਮੈਨੂੰ ਗੁਰੂ ਮਿਲ ਪਿਆ। ਗੁਰੂ ਮਿਲਣ ਦੇ ਨਾਲ ਮੇਰਾ ਜਿਹੜਾ ਸਰੀਰ ਚਲਾ ਗਿਆ ਸੀ ਉਹ ਮੈਨੂੰ ਦੁਬਾਰਾ ਪ੍ਰਾਪਤ ਹੋ ਗਿਆ ਹੈ। ਹੁਣ ਇਹਦਾ ਪ੍ਰੇਮ, ਇਹਦੀ ਭਾਵਨਾ ਵੇਖ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਹੁਕਮ ਦਿੱਤਾ ਕਿ ਜਾਓ, ਜਿੱਥੇ ਅਸੀਂ ਇਸ਼ਨਾਨ ਕਰਦੇ ਆ ਉਹ ਜਲ ਇਹ ਜਿਹੜਾ ਇਕੱਠਾ ਹੋਇਆ ਉਸ ਜਲ ਦੇ ਨਾਲ ਇਹਦਾ ਇਸ਼ਨਾਨ ਕਰਾਓ। ਇਹਦਾ ਜਿਹੜਾ ਸਰੀਰ ਹੈ ਉਹ ਅਰੋਗ ਹੋ ਜਾਏਗਾ। ਇਹਨੂੰ ਸੁੰਦਰ ਵਸਤਰ ਪਹਿਨਾਏ ਜਾਣ। ਹੁਕਮ ਪਾ ਕਰਕੇ ਗੁਰੂ ਕੇ ਸਿੱਖ ਚੱਲ ਕਰਕੇ ਗਏ ਔਰ ਜਾ ਕੇ ਉਸ ਕੋਹੜੀ ਨੂੰ, ਪ੍ਰੇਮੇ ਨੂੰ ਕਹਿਣ ਲੱਗੇ ਕਿ ਤੇਰੇ ਭਾਗ ਜਾਗ ਗਏ, ਗੁਰੂ ਸਾਹਿਬ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਹੈ। ਸੋ ਇਸ ਪ੍ਰਕਾਰ ਦੇ ਨਾਲ
ਇਹਦਾ ਇਸ਼ਨਾਨ ਕਰਵਾਇਆ ਜਾਂਦਾ ਹੈ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਰੰਗ ਮਜੀਠੀ ਅੰਬਰ ਲਿਆਵੋ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਜਾਓ ਉਸ ਪ੍ਰੇਮੇ ਦਾ ਜਾ ਕੇ ਜਿੱਥੇ ਸਾਡੇ ਇਸ਼ਨਾਨ ਵਾਲਾ ਜਲ ਇਕੱਠਾ ਹੋਇਆ ਹੈ ਉਹਦੇ ਨਾਲ ਇਸ਼ਨਾਨ ਕਰਵਾਓ ਤੇ ਮਜੀਠੇ ਰੰਗ ਦੇ ਸੂਹੇ ਰੰਗ ਦੇ ਜਿਹੜੇ ਕੱਪੜੇ ਹਨ ਉਹ ਇਹਨੂੰ ਪਹਿਨਾਉਣਾ ਕਰੋ। ਮਜੀਠਾ ਇੱਕ ਵੇਲ ਹੈ, ਇਹਦੇ ਵਿੱਚੋਂ ਲਾਲ ਸੂਹਾ ਪੱਕਾ ਰੰਗ ਨਿਕਲਦਾ। ਗੁਰਬਾਣੀ ਦੇ ਅੰਦਰ ਵੀ ਪ੍ਰਭੂ ਪ੍ਰਮਾਤਮਾ ਦੇ ਪ੍ਰੇਮ ਦੇ ਰੰਗ ਦੀ ਗੱਲ ਕਰਦੇ ਆ। ਕਾਇਆ ਰੰਗਣ ਜੇ ਥੀਐ ਪਾਰੇ ਪਾਈਐ ਨਾਉ ਮਜੀਠ। ਇੱਥੇ ਵੀ ਮਜੀਠ ਰੰਗ ਦੀ ਕੀ ਗੱਲ ਕੀਤੀ ਹੈ। ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਮਜੀਠਾ ਰੰਗ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਮਜੀਠੇ ਰੰਗ ਦੇ ਸੂਹੇ ਰੰਗ ਦੇ ਜਿਹੜੇ ਕੱਪੜੇ ਸੋਹਣੇ ਸੁੰਦਰ ਵਸਤਰ ਉਹ ਇਹਨੂੰ ਪਹਿਨਾਉਣਾ ਕਰੋ। ਸਰਬ ਸ਼ਰੀਰ ਇਸੇ ਪਹਿਰਾਵੋ। ਸਾਰੇ ਸਰੀਰ ਦੇ ਉੱਤੇ ਇਸ਼ਨਾਨ ਕਰਵਾ ਕਰਕੇ ਮਜੀਠੇ ਰੰਗ ਦੇ ਵਸਤਰ ਇਹਨੂੰ ਪਹਿਨਾਏ ਜਾਣ। ਨੱਕ ਸਿੱਖ ਲੋ ਛਾਦਨ ਕਰ ਸਾਰੇ। ਪੈਰ ਦੇ ਅੰਗੂਠੇ ਦੇ ਨਹੁੰ ਤੋਂ ਲੈ ਕੇ ਸਿਰ ਦੇ ਚੋਟੀ ਤੱਕ ਇਹਦਾ ਜਿਹੜਾ ਸਾਰਾ ਸਰੀਰ ਹੈ, ਜਿਹੜਾ ਤਨ ਹੈ, ਉਹ ਚੰਗੀ ਤਰ੍ਹਾਂ ਦੇ ਨਾਲ ਵਸਤਰ ਦੇ ਨਾਲ ਢੱਕ ਕੇ ਇਹਨੂੰ ਲਿਆਉਣਾ ਕਰੋ। ਪੁਨਿਆਨੋ ਤੁਮ ਨਿਕਟ ਹਮਾਰੀ। ਇਸ ਪ੍ਰਕਾਰ ਦੇ ਨਾਲ ਇਸ਼ਨਾਨ ਕਰਵਾ ਕੇ ਮਜੀਠੇ ਰੰਗ ਦੇ ਕੱਪੜੇ ਪਹਿਨਾ ਕੇ ਇਹਦਾ ਜਿਹੜਾ ਸਰੀਰ ਹੈ ਉਹ ਚੰਗੀ ਤਰ੍ਹਾਂ ਪੂਰਾ ਢੱਕ ਕਰਕੇ ਫਿਰ ਸਾਡੇ ਕੋਲ ਲੈ ਕੇ ਆਉਣਾ ਕਰੋ। ਸੁਨ ਸਿੱਖਨ ਕਰ ਚੌਂਪ ਗਏ ਹੈ। ਤੇ ਹੁਣ ਜਦੋਂ ਇਹ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਸੁਣਿਆ, ਸੁਣ ਕਰਕੇ ਜਿਹੜੇ ਸਿੱਖ ਸਨ ਉਹ ਬੜੇ ਉਤਸ਼ਾਹ ਵਿੱਚ ਆਏ। ਬੜੇ ਉਤਸ਼ਾਹ ਦੇ ਸਹਿਤ ਜਿਹੜਾ ਉਹ ਗੁਰੂ ਕੇ ਸਿੱਖ ਕਯੋ ਉਦੇ ਤਵ ਭਾਗ ਪਏ ਹੈ। ਤੇ ਦੌੜ ਕਰਕੇ ਜਿੱਥੇ ਦੁਆਰ ਤੇ ਪ੍ਰੇਮਾ ਬੈਠੀ ਪ੍ਰੇਮਾ ਇਹ ਕੋੜੀ ਬੈਠਾ ਪੁਕਾਰਾਂ ਕਰ ਰਿਹਾ ਸੀ, ਜਿੱਥੇ ਗਾ ਰਿਹਾ ਸੀ ਉੱਚੀ ਉੱਚੀ ਆਵਾਜ਼ ਵਿੱਚ ਮੇਰਾ ਗਿਆ ਕਸੋਟਾ ਲੱਦਾ, ਮੇਰਾ ਗਿਆ ਕਸੋਟਾ ਲੱਦਾ। ਇਹਨੂੰ ਜਾ ਕੇ ਗੁਰੂ ਕੇ ਸਿੱਖਾਂ ਨੇ ਕਹਿਣਾ ਕੀਤਾ ਕਿ ਭਾਈ ਪ੍ਰੇਮਿਆ ਤੇਰੇ ਭਾਗ ਜਾਗ ਪਏ, ਤੇਰੇ ਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਤਰੁੱਠੇ ਹਨ, ਤਰਸ ਦੇ ਦਇਆ ਦੇ ਘਰ ਵਿੱਚ ਆਏ ਹਨ, ਤੇਰੇ ਭਾਗ ਜਾਗੇ ਹਨ। ਤੈਂ ਜਲ ਜਾਈ ਇਸ਼ਨਾਨ ਕਰਾਵਾ। ਤੇ ਹੁਣ ਇਹਨੂੰ ਪ੍ਰੇਮੇ ਨੂੰ ਨਾਲ ਲਿਆ, ਨਾਲ ਲੈ ਕੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਇਸ਼ਨਾਨ ਵਾਲਾ ਜਲ ਸੀ ਉਹ ਜਲ ਦੇ ਨਾਲ ਇਹਦੇ ਸਰੀਰ ਦਾ ਇਸ਼ਨਾਨ ਕਰਵਾਇਆ। ਰੰਗ ਮਜੀਠੀ ਬਸਤਰ ਉਡਾਵਾ। ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਜਿਹੜੇ ਮਜੀਠੇ ਸੂਹੇ ਰੰਗ ਦੇ ਵਸਤਰ ਸਨ ਉਹ ਇਸ ਨੂੰ ਪਹਿਨਾਏ ਗਏ। ਨੱਕ ਸ਼ਿਕ ਛਾਦਨ ਕੀਨ ਸਰੀਰ। ਪੈਰ ਦੇ ਨਹੁੰ ਤੋਂ ਲੈ ਕੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਚਾਦਰੇ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਇਹਦਾ ਸਰੀਰ ਹੈ ਉਹ ਵਸਤਰ ਦੇ ਨਾਲ ਲਪੇਟਿਆ ਗਿਆ। ਲੈ ਪਹੁੰਚੇ ਪੁਨ ਸਤਿਗੁਰ ਤੀਰ। ਇਸ ਤਰ੍ਹਾਂ ਦੇ ਨਾਲ ਫਿਰ ਇਸ ਪ੍ਰੇਮੇ ਕੋੜੀ ਨੂੰ ਗੁਰੂ ਕੇ ਸਿੱਖ ਲੈ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਹਨ। ਕਿਰਪਾ ਦ੍ਰਿਸ਼ਟ ਤੇ ਦੇਖ ਕਿਰਪਾਲਾ। ਤੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਜਦੋਂ ਇਹਦੇ ਵੱਲ ਵੇਖਿਆ, ਨਿਜ ਕਰ ਸੋ ਮੁਖ ਵਹਿਰ ਨਿਕਾਲਾ। ਹੁਣ ਇਹਦਾ ਜਿਹੜਾ ਤਨ ਸੀ ਉਹ ਸਾਰਾ ਢਕਿਆ ਹੋਇਆ ਸੀ ਤੇ ਢਕੇ ਹੋਏ ਤਨ ਨੂੰ ਕਿਰਪਾਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪ ਆਪਣਾ ਹਸਤ ਕਮਲਾ ਦੇ ਨਾਲ ਉਸ ਚਾਦਰ ਦੇ ਵਿੱਚੋਂ ਇਹਦਾ ਮੁਖ ਜਿਹੜਾ ਉਹ ਬਾਹਰ ਕੱਢਿਆ ਹੈ। ਦ੍ਰਿਸ਼ਟ ਪਰੀ ਸਤਿਗੁਰ ਕੀ ਜਬੇ। ਤੇ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਪਈ ਇਹਦੇ ਤੇ, ਕਿਉਂਕਿ ਢੱਕ ਕੇ ਲਿਆਂਦਾ ਵਸਤਰ ਦੇ ਨਾਲ ਜਿਵੇਂ ਗੁਰੂ ਪਾਤਸ਼ਾਹ ਦਾ ਹੁਕਮ ਸੀ, ਤੇ ਗੁਰੂ ਸਾਹਿਬ ਜੀ ਨੇ ਆਪ ਆਪਣੇ ਹਸਤ ਕਮਲਾਂ ਦੇ ਨਾਲ ਉਹ ਢਕੇ ਹੋਏ ਵਸਤਰ ਦੇ ਵਿੱਚੋਂ ਇਹਦਾ ਜਿਹੜਾ ਚਿਹਰਾ ਉਹ ਬਾਹਰ ਕੱਢਿਆ।
ਤੇ ਜਦੋਂ ਚਿਹਰਾ ਬਾਹਰ ਕੱਢਿਆ ਤੇ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਇਹਦੇ ਤੇ ਪਈ ਤਨ ਅਰੋਗ ਪਾ ਸੁੰਦਰ ਤਬੇ। ਤੇ ਉਸੇ ਵਕਤ ਜਿਹੜਾ ਸੀ ਸਰੀਰ ਆਰੋਗ ਹੋ ਗਿਆ, ਸੁੰਦਰ ਸਰੀਰ ਦੀ ਪ੍ਰਾਪਤੀ ਹੋ ਗਈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਪਾ ਕੇ ਇਹਦਾ ਜਿਹੜਾ ਕੋੜ ਦਾ ਰੋਗ ਸੀ ਉਹ ਦੂਰ ਕਰ ਦਿੱਤਾ। ਨਿਜ ਕਰਤੇ ਪੁਨ ਬਸਤਰ ਦਏ ਹੈ। ਇਸ ਪ੍ਰਕਾਰ ਦੇ ਨਾਲ ਸੋਹਣੇ ਸੁੰਦਰ ਵਸਤਰ ਇਹਨੂੰ ਪਹਿਨਾਏ ਗਏ। ਸਭ ਨਵੀਨ ਪਹਿਰਾਏ ਦਏ ਹੈ। ਸੋਹਣੇ ਸੁੰਦਰ ਨਵੇਂ ਵਸਤਰ ਇਹਨੂੰ ਪਹਿਨਾਏ ਹਨ। ਮੰਤਰ ਸੋ ਸਤ ਨਾਮ ਕੋ ਦੀਨਸ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤਨਾਮ ਵਾਹਿਗੁਰੂ ਇਹ ਗੁਰਮੰਤਰ ਜਿਹੜਾ ਹੈ ਇਹ ਭਾਈ ਪ੍ਰੇਮੇ ਨੂੰ ਬਖਸ਼ਿਸ਼ ਕੀਤਾ ਹੈ। ਭਾਲ ਵਿਸਾਲ ਤਿਲਕ ਤਿਨ ਕੀਨਸ। ਹੁਣ ਇਹਦੇ ਮੱਥੇ ਤੇ ਜਿਹੜਾ ਵੱਡਾ ਸਾਰਾ ਉਹ ਤਿਲਕ ਲਾਇਆ ਗਿਆ। ਰਜ ਕੰਨ ਤੇ ਗਿਰ ਸਮਸਰ ਕੀਓ। ਮਾਨੋ ਪ੍ਰੇਮੇ ਕੋੜੀ ਨੂੰ ਜਿਵੇਂ ਕਿ ਰੇਤ ਦੇ ਕਿਨਕੇ ਤੋਂ ਪਰਬਤ ਪਹਾੜ ਦੇ ਸਮਾਨ ਬਣਾ ਦਿੱਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਜਿਹਦੇ ਸਰੀਰ ਦੇ ਵਿੱਚੋਂ ਬਦਬੂ ਆਉਂਦੀ ਸੀ, ਜਿਹਦੇ ਸਰੀਰ ਦੇ ਅੰਗ ਹੱਥ ਪੈਰ ਝੜ ਚੁੱਕੇ ਸਨ, ਜਿਹਦੇ ਕੋਈ ਨੇੜੇ ਨਹੀਂ ਸੀ ਢੁਕਦਾ, ਜਿਹਨੂੰ ਕੋਈ ਭੋਜਨ ਦੇਣ ਵਾਸਤੇ ਤਿਆਰ ਨਹੀਂ ਸੀ, ਐਸੀ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਸਤਿਗੁਰੂ ਕਿਰਪਾਲੂ ਸਤਿਗੁਰੂ ਜੀ ਨੇ ਦਇਆ ਕੀਤੀ, ਕਿਰਪਾ ਕੀਤੀ। ਮਾਨੋ ਪ੍ਰੇਮੇ ਨੂੰ ਰਾਈ ਤੋਂ ਰੇਤ ਦੇ ਕਿਣਕੇ ਤੋਂ ਪਹਾੜ ਦੇ ਸਮਾਨ ਬਣਾ ਦਿੱਤਾ। ਨਾਮ ਮੁਰਾਰੀ ਪੁਨ ਧਰ ਦਿਓ। ਤੇ ਸੋਹਣਾ ਸੁੰਦਰ ਸਰੀਰ ਬਖਸ਼ ਕੇ, ਕੰਚਨ ਵਰਗੀ ਦੇਹੀ ਬਖਸ਼ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਪ੍ਰੇਮੇ ਦਾ ਨਾਮ ਮੁਰਾਰੀ ਰੱਖਿਆ। ਮੁਰਾਰੀ ਨਾਮ ਮੈਨੂੰ ਦਿੱਤਾ ਹੈ। ਸਭਾ ਮਜਾਰ ਕਿਓ ਗੁਰ ਬੈਨ। ਸਤਿਗੁਰੂ ਪਾਤਸ਼ਾਹ ਜੀ ਦਾ ਸਭਾ ਦੀਵਾਨ ਸਜਿਆ ਹੋਇਆ ਸੀ, ਸੰਗਤਾਂ ਬੈਠੀਆਂ ਹੋਈਆਂ ਸਨ। ਸਭਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਤਨੁ ਜਾਹੇ ਜੈ ਸਿੱਖ ਕੀ ਐਨ। ਕਹਿਣ ਲੱਗੇ ਜਿਸ ਸਿੱਖ ਦੇ ਘਰ ਜਵਾਨ ਪੁੱਤਰੀ ਵਿਆਹਣ ਦੇ ਯੋਗ ਹੈ, ਮਮ ਆਇਸ ਤੇ ਇਸ ਕੋ ਦੇਵੇ। ਉਹ ਸਾਡੀ ਆਗਿਆ ਸਾਡਾ ਹੁਕਮ ਪਾ ਕੇ ਆਪਣੀ ਪੁੱਤਰੀ ਦਾ ਵਿਆਹ ਇਸ ਮੁਰਾਰੀ ਦੇ ਨਾਲ ਕਰਨਾ ਕਰੇ। ਲੋਕ ਪਰਲੋਕ ਆਨੰਦ ਸੋਲੇਹੇ। ਉਹਨੂੰ ਲੋਕ ਤੇ ਪਰਲੋਕ ਦਾ ਆਨੰਦ ਪ੍ਰਾਪਤ ਹੋਵੇਗਾ। ਜਿਹੜਾ ਆਪਣੀ ਪੁੱਤਰੀ ਦਾ ਵਿਆਹ ਮੁਰਾਰੀ ਦੇ ਨਾਲ ਕਰੇਗਾ ਉਹ ਲੋਕ ਤੇ ਪਰਲੋਕ ਦਾ ਆਨੰਦ ਮਾਣੇਗਾ। ਸ਼ੀਹਾ ਉਪਲ ਸਿੱਖ ਕੁਲੀਨ। ਇੱਕ ਭਾਈ ਸ਼ੀਹਾ ਖੱਤਰੀ ਗੋਤ ਦਾ, ਉਪਲ ਗੋਤ ਦਾ, ਖਡੂਰ ਸਾਹਿਬ ਦਾ ਰਹਿਣ ਵਾਲਾ, ਜਿਹਨੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲੋਂ ਸਿੱਖੀ ਪ੍ਰਾਪਤ ਕੀਤੀ। ਜਦੋਂ ਤੋਂ ਗੋਇੰਦਵਾਲ ਸਾਹਿਬ ਨਗਰ ਵਸਾਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਉਦੋਂ ਤੋਂ ਸਿੰਘਾਂ ਉਪਲ ਇੱਥੇ ਰਹਿ ਕੇ ਗੋਇੰਦਵਾਲ ਸਾਹਿਬ ਰਹਿੰਦਾ, ਇੱਥੇ ਗੁਰੂ ਕੀ ਸੇਵਾ ਕਰਦਾ। ਹੁਣ ਇਹ ਖਡੂਰ ਸਾਹਿਬ ਦੇ ਨਗਰ ਦੇ ਰਹਿਣ ਵਾਲਾ ਖੱਤਰੀ ਜਿਹੜਾ ਬਰਾਦਰੀ ਦੇ ਵਿੱਚੋਂ ਉਪਲ ਗੋਤ ਸਿੰਘਾਂ ਸੀ। ਤਿਨ ਕਰ ਜੋਰੇ ਬਿਨਤੀ ਕੀਨ। ਇਹ ਸ਼ੀਹੇ ਉਪਲ ਨੇ ਖੜੇ ਹੋ ਕੇ ਗੁਰੂ ਪਾਤਸ਼ਾਹ ਜੀ ਦਾ ਬਚਨ ਸੁਣਿਆ। ਗੁਰੂ ਸਾਹਿਬ ਜੀ ਦੀ ਆਗਿਆ ਸੁਣ ਕੇ ਦੋਵੇਂ ਹੱਥ ਜੋੜ ਕੇ ਖੜਾ ਹੋ ਕੇ ਬੋਲਿਆ, ਕਹਿਣ ਲੱਗਾ ਬਰ ਪ੍ਰਾਪਤ ਕੰਨਿਆ ਘਰ ਮੋਰੇ। ਪਾਤਸ਼ਾਹ ਜੀ ਮੇਰੀ ਪੁੱਤਰੀ ਜਵਾਨ ਹੈ, ਵਰ ਦੇ ਯੋਗ ਹੈ ਉਹ ਪਾਤਸ਼ਾਹ ਜੀ। ਉਹਨੇ ਦੋਵੇਂ ਹੱਥ ਜੋੜੇ ਤੇ ਬੇਨਤੀ ਕਰਦਾ, ਕਹਿਣ ਲੱਗਾ ਪਾਤਸ਼ਾਹ ਮੇਰੀ ਪੁੱਤਰੀ ਜਵਾਨ ਹੈ, ਉਹ ਵਰ ਯੋਗ ਹੋ ਚੁੱਕੀ ਹੈ। ਹੇ ਪ੍ਰਭੂ ਫਿਰੈ ਇਸੀ ਸੰਗ ਫੇਰੇ। ਹੇ ਪ੍ਰਭੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਮੇਰੀ ਪੁੱਤਰੀ ਦੇ ਫੇਰੇ ਮੁਰਾਰੀ ਦੇ ਨਾਲ ਦੇ ਦਿਓ, ਮੇਰੀ ਪੁੱਤਰੀ ਦਾ ਵਿਆਹ ਮੁਰਾਰੀ ਨਾਲ ਕਰ ਦਵੋ। ਇਮ ਕੈ ਨਿਜ ਇਸਤਰੀ ਟਿਗ ਆਇਓ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਇਹ ਸ਼ੀਹਾਂ ਉਪਲ ਘਰ ਚੱਲ ਕੇ ਆਪਣੇ ਘਰਵਾਲੀ ਦੇ ਕੋਲ ਆਇਆ। ਕਰੂਰ ਕਲਹਿਨ ਨਿਠੁਰ ਸੁਭਾਇਓ। ਜਿਹੜੇ ਬੜੇ ਸਖਤ ਕਠੋਰ ਸੁਭਾਅ ਦੇ ਸੀ, ਬੜੇ ਝਗੜਾਲੂ ਸੀ ਸੁਭਾਅ ਇਹਦਾ, ਐਸਾ ਸੀ ਝਗੜਾਲੂ ਸੁਭਾਅ ਦੀ, ਬੜੇ ਕਠੋਰ ਸੁਭਾਅ ਦੀ ਇਹ ਮਾਲਕ ਸੀ। ਤੈਂ ਕੇ ਸਾਥ ਨ ਗਾਥ ਜਨਾਈ। ਹੁਣ ਘਰ ਆ ਕੇ ਸ਼ੀਹੇ ਉਪਲ ਨੇ ਜਿਹੜਾ ਬਚਨ ਗੁਰੂ ਸਾਹਿਬ ਜੀ ਨਾਲ ਕਰਕੇ ਆਇਆ ਉਹ ਆਪਣੀ ਘਰਵਾਲੀ ਨੂੰ ਨਹੀਂ ਦੱਸਿਆ। ਪਤਾ ਸੀ ਕਿ ਦੱਸਿਆ ਤੇ ਮੇਰੇ ਨਾਲ ਝਗੜਾ ਕਰੇਗੀ, ਸੁਭਾਅ ਇਹਦਾ ਕਠੋਰ ਹੈ।
ਉਹ ਬਚਨ ਇਹਨੇ ਆਪਣੀ ਘਰਵਾਲੀ ਦੇ ਨਾਲ ਸਾਂਝਾ ਨਹੀਂ ਕੀਤਾ। ਅਪਰ ਬਾਤ ਕਹਿ ਦਈ ਟਲਾਈ, ਹੋਰ ਜਿਹੜੀ ਗੱਲ ਸੀ ਉਹ ਕਹਿ ਕੇ ਜਿਹੜਾ ਇਹਨੂੰ ਟਾਲ ਦਿੱਤਾ ਹੈ। ਤੁਝ ਪਰ ਸਤਿਗੁਰ ਬਾਕੀ ਉਚਾਰੇ, ਇਹਨੂੰ ਕੀ ਕਿਹਾ ਆਪਣੀ ਘਰਵਾਲੀ ਨੂੰ? ਕਹਿਣ ਲੱਗਾ ਕਿ ਤੇਰੇ ਵਾਸਤੇ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ ਹੈ ਲੰਗਰ ਟਹਿਲ ਕਰੋ ਦਿਨ ਸਾਰੇ, ਕਿ ਤੂੰ ਹੁਣ ਸਾਰਾ ਦਿਨ ਲੰਗਰ ਦੇ ਵਿੱਚ ਜਾ ਕੇ ਸੇਵਾ ਕਰਨੀ ਹੈ। ਤੇਰੇ ਵਾਸਤੇ ਗੁਰੂ ਸਾਹਿਬ ਨੇ ਇਹ ਬਚਨ ਕੀਤਾ ਹੈ ਕਿ ਸਾਰਾ ਦਿਨ ਲੰਗਰ ਦੇ ਵਿੱਚ ਜਾ ਕੇ ਸੇਵਾ ਵਿੱਚ ਬਤੀਤ ਕਰਨਾ ਹੈ। ਪਤੀ ਤੇ ਸੁਨ ਗਮਨੀ ਜਿਸ ਕਾਲਾ, ਹੁਣ ਜਦੋਂ ਇਹਨੇ ਆਪਣੇ ਪਤੀ ਦੇ ਕੋਲੋਂ ਗੁਰੂ ਸਾਹਿਬ ਜੀ ਦਾ ਹੁਕਮ ਸੁਣਿਆ ਕਿ ਗੁਰੂ ਸਾਹਿਬ ਨੇ ਮੈਨੂੰ ਆਗਿਆ ਕੀਤੀ ਹੈ ਲੰਗਰ ਵਿੱਚ ਸੇਵਾ ਕਰਨ ਦੀ, ਪਤੀ ਦੇ ਕੋਲੋਂ ਇਹ ਸੁਣ ਕੇ ਉਸੇ ਵੇਲੇ ਲੰਗਰ ਦੇ ਵਿੱਚ ਚਲੇ ਗਏ। ਸੰਗ ਸੁਤਾਲੇ ਗੁਰ ਟਿਗ ਚਾਲਾ, ਜਦੋਂ ਏਸ਼ੀਏ ਉਪਲ ਦੀ ਘਰ ਵਾਲੀ ਲੰਗਰ ਦੇ ਵਿੱਚ ਸੇਵਾ ਕਰਨ ਵਾਸਤੇ ਚਲੀ ਗਈ ਤੇ ਇਧਰੋਂ ਸ਼ੀਹੇ ਨੇ ਆਪਣੀ ਪੁੱਤਰੀ ਨੂੰ ਨਾਲ ਲਿਆ ਤੇ ਗੁਰੂ ਸਾਹਿਬ ਵੱਲ ਚੱਲ ਪਿਆ। ਤਤ ਛਿਨ ਸਾਥ ਮੁਰਾਰੀ ਤਹਾਂ, ਤੇ ਹੁਣ ਛੇਤੀ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਪਣੀ ਪੁੱਤਰੀ ਨੂੰ ਲੈ ਕਰਕੇ ਪਹੁੰਚਿਆ ਮੁਰਾਰੀ ਦੇ ਨਾਲ। ਫੇਰੇ ਦੀਏ ਭਾਉ ਕਰ ਮਹਾ, ਬੜਾ ਪ੍ਰੇਮ ਧਾਰਨ ਕਰਕੇ ਆਪਣੀ ਪੁੱਤਰੀ ਦੇ ਜਿਹੜੇ ਫੇਰੇ ਹਨ ਉਹ ਮੁਰਾਰੀ ਦੇ ਨਾਲ ਦੇ ਦਿੱਤੇ ਹਨ, ਵਿਆਹ ਕਰ ਦਿੱਤਾ। ਭੁਕਤ ਮੁਕਤ ਤੂਰਨ ਜਿਸ ਦੀਨ, ਤੇ ਉਸੇ ਵਕਤ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਬਚਨ ਕੀਤਾ ਸੀ ਕਿ ਜਿਹੜਾ ਆਪਣੀ ਪੁੱਤਰੀ ਦਾ ਵਿਆਹ ਮੁਰਾਰੀ ਨਾਲ ਕਰੇਗਾ ਉਹਨੂੰ ਲੋਕ ਦੇ ਪਰਲੋਕ ਦੇ ਸੁੱਖ ਪ੍ਰਾਪਤ ਹੋਣਗੇ, ਦੋਹਾਂ ਜਹਾਨਾਂ ਦੇ ਸੁੱਖ ਮਾਣੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸੁੱਖਾਂ ਦੀ ਬਖਸ਼ਿਸ਼ ਕੀਤੀ, ਮੁਕਤੀ ਬਖਸ਼ ਦਿੱਤੀ ਹੈ। ਅਸ ਗੁਰ ਭਜੇ ਨਾ ਸੇ ਮਤਹੀਨ, ਜਿਹੜੇ ਐਸੇ ਗੁਰੂ ਨੂੰ ਨਹੀਂ ਸਿਮਰਦੇ, ਜਿਹੜੇ ਐਸੇ ਗੁਰੂ ਦਾ ਬਚਨ ਨਹੀਂ ਕਮਾਉਂਦੇ ਉਹ ਭਾਗਹੀਨ ਹਨ, ਮਾੜੇ ਭਾਗਾਂ ਵਾਲੇ ਨੇ। ਜਿਹੜੇ ਆਪਣੇ ਗੁਰੂ ਦਾ ਬਚਨ ਨਹੀਂ ਕਮਾਉਂਦੇ, ਗੁਰੂ ਨੂੰ ਨਹੀਂ ਸਿਮਰਦੇ, ਉਹਨਾਂ ਦੇ ਮਾੜੇ ਭਾਗ ਹਨ, ਉਹ ਮਾੜੇ ਭਾਗਾਂ ਵਾਲੇ ਹਨ। ਉਹ ਇਹ ਵਿਚਾਰੇ ਕਿਆ ਕਰੈ ਜਾਂ ਭਾਗ ਧੁਰ ਮੰਦੇ, ਜਿਨ੍ਹਾਂ ਦੇ ਧੁਰ ਤੋਂ ਮਸਤਕ ਦੇ ਭਾਗ ਮਾੜੇ ਨੇ ਉਹ ਵਿਚਾਰੇ ਕੀ ਕਰ ਸਕਦੇ ਨੇ? ਉਹ ਗੁਰੂ ਦਾ ਬਚਨ ਨਹੀਂ ਕਮਾ ਸਕਦੇ। ਜਿਹੜੇ ਨਹੀਂ ਸਿਮਰਦੇ ਮਾੜੇ ਭਾਗਾਂ ਵਾਲੇ ਹਨ। ਜੀਵ ਨਾਰ ਕੀ ਸੁਰਗ ਪੁਚਾਵਾ, ਜਿਹੜਾ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਭਾਈ ਪ੍ਰੇਮਾ, ਗੁਰਬਤ ਭਰੀ ਨਰਕ ਭਰੀ ਜ਼ਿੰਦਗੀ ਸੀ, ਜਿਹੜਾ ਇੱਥੇ ਨਰਕ ਬਣਿਆ ਪਿਆ ਸੀ ਜੀਵਨ ਦਾ, ਮਾਨੋ ਪ੍ਰੇਮੇ ਨੂੰ ਨਰਕ ਦੇ ਵਿੱਚੋਂ ਕੱਢ ਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਿਰਪਾਲੂ ਸਤਿਗੁਰੂ ਜੀ ਨੇ ਸਵਰਗ ਦੇ ਵਿੱਚ ਪਹੁੰਚਾ ਦਿੱਤਾ। ਅਦਭੁਤ ਐਸੋ ਰੂਪ ਬਨਾਵਾ, ਤੇ ਬੜਾ ਹੈਰਾਨ ਕਰ ਦੇਣ ਵਾਲਾ, ਬੜਾ ਅਚਰਜ ਜਿਹੜਾ ਸੁੰਦਰ ਜਿਹੜਾ ਰੂਪ ਹੈ ਉਹ ਗੁਰੂ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਇਹਨੂੰ ਬਖਸ਼ ਦਿੱਤਾ। ਪਇਓ ਅਰੋਗ ਦੇਹ ਤੈ ਸੁੰਦਰ, ਤੇ ਹੁਣ ਇਹ ਅਰੋਗ ਹੋ ਗਿਆ, ਜਿਹੜਾ ਕੋੜ ਦਾ ਰੋਗ ਸੀ ਉਹ ਇਹਦਾ ਦੂਰ ਕਰ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ। ਸੋਹਣਾ ਸੁੰਦਰ ਜਿਹੜਾ ਸਰੀਰ ਇਹਨੂੰ ਬਖਸ਼ਿਆ ਹੈ। ਦਈ ਸੁੰਦਰੀ ਪੁਨ ਸੁਖ ਮੰਦਰ, ਤੇ ਫਿਰ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਹਦਾ ਰੋਗ ਦੂਰ ਕੀਤਾ, ਸੋਹਣਾ ਸੁੰਦਰ ਸਰੀਰ ਬਖਸ਼ਿਆ, ਉੱਥੇ ਘਰ ਦੇ ਵਿੱਚ ਸੁਖ ਮਾਨਣ ਦੇ ਲਈ ਜਿਹੜੀ ਸੁੰਦਰ ਇਸਤਰੀ ਵੀ ਬਖਸ਼ ਦਿੱਤੀ, ਇਹਦਾ ਵਿਆਹ ਵੀ ਕਰ ਦਿੱਤਾ। ਦੇਖਤ ਸੁਨਤ ਸਕਲ ਬਿਸਮਾਏ, ਜਿਹੜੇ ਵੇਖਣ ਸੁਣਨ ਵਾਲੇ ਸਨ ਉਹ ਬੜੇ ਹੈਰਾਨ ਹੋਏ, ਵੇਖਿਆ ਕਿ ਪ੍ਰੇਮੇ ਦੀ ਕੀ ਹਾਲਤ ਸੀ। ਪ੍ਰੇਮੇ ਨੂੰ ਤਾਂ ਕੋਈ ਪੁੱਛਦਾ ਨਹੀਂ ਸੀ, ਇਹਦੇ ਨੇੜੇ ਕੋਈ ਢੁਕਦਾ ਨਹੀਂ ਸੀ, ਇਹਦਾ ਰੋਗ ਭਿਆਨਕ ਰੋਗ ਲੱਗਿਆ ਹੋਇਆ ਸੀ। ਸਤਿਗੁਰੂ ਨੇ ਕਿਰਪਾ ਕੀਤੀ, ਜਿੱਥੇ ਸੁੰਦਰ ਸਰੂਪ ਬਖਸ਼ਿਆ, ਸਰੀਰ ਬਖਸ਼ਿਆ, ਉੱਥੇ ਇਹਦਾ ਵਿਆਹ ਵੀ ਕਰ ਦਿੱਤਾ, ਇਸਤਰੀ ਵੀ ਬਖਸ਼ ਦਿੱਤੀ। ਇਹ ਵੇਖਣ ਤੇ ਸੁਣਨ ਵਾਲੇ ਬੜੇ ਹੈਰਾਨ ਹੋਏ। ਸਤਿਗੁਰ ਮਹਿਮਾ ਲਖ ਅਧਿਕਾਏ, ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਨੂੰ ਸਾਰਿਆਂ ਨੇ ਵੇਖਿਆ ਹੈ। ਚਾਹੇ ਸੋ ਕਰੇ ਕਲਾ ਸਭ ਪੂਰਨ, ਸਤਿਗੁਰੂ ਪਾਤਸ਼ਾਹ ਜੀ ਜੋ ਚਾਹਣ ਉਹ ਕਰ ਸਕਦੇ ਨੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਸਰਬ ਕਲਾ ਸੰਪੂਰਨ ਹਨ। ਦਾਸ ਉਦਾਰਨ ਦੁਸ਼ਟਨ ਚੂਰਨ, ਦਾਸਾਂ ਦਾ ਉਧਾਰ ਕਰਨ ਵਾਲੇ ਨੇ ਤੇ ਜ਼ਾਲਮਾਂ ਦਾ ਨਾਸ਼ ਕਰਨ ਵਾਲੇ ਹਨ। ਏਕ ਕਟੀ ਮੈਂ ਸਭ ਕੁਛ ਪਾਇਓ, ਕਹਿਣ ਲੱਗੇ ਪ੍ਰੇਮੇ ਨੇ ਤਾਂ ਇੱਕ ਘੜੀ ਦੇ ਵਿੱਚ ਹੀ ਸਾਰਾ ਕੁਝ ਪਾ ਲਿਆ। ਸਤਿਗੁਰੂ ਨੇ ਰਹਿਮਤਾਂ ਕਰ ਦਿੱਤੀਆਂ, ਇੱਕ ਘੜੀ ਦੇ ਵਿੱਚ ਇਹਨੇ ਸਾਰਾ ਕੁਝ ਪ੍ਰਾਪਤ ਕਰ ਲਿਆ ਮੁਰਾਰੀ ਨੇ। ਤਨ ਅਰੋਗ
ਪੁਨ ਵਿਆਹ ਸੁਹਾਇਓ। ਇੱਕ ਘੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਅਰੋਗਤਾ ਵੀ ਬਖਸ਼ ਦਿੱਤੀ, ਸੋਹਣਾ ਸੁੰਦਰ ਸਰੂਪ ਵੀ ਬਖਸ਼ ਦਿੱਤਾ, ਸਰੀਰ ਬਖਸ਼ ਦਿੱਤਾ, ਤੇ ਫਿਰ ਇਸਤਰੀ ਵੀ ਬਖਸ਼ ਦਿੱਤੀ, ਦਾ ਵਿਆਹ ਵੀ ਕਰ ਦਿੱਤਾ। ਇੱਕ ਘੜੀ ਦੇ ਵਿੱਚ ਇਹਨੇ ਸਾਰਾ ਕੁਝ ਪ੍ਰਾਪਤ ਕਰ ਲਿਆ ਹੈ। ਛੀਏ ਤ੍ਰੀਏ ਲੰਗਰ ਮੈਂ ਸੁਨਿਓ। ਜਿਹਨੇ ਹੁਣ ਸ਼ੀਹੇ ਦੀ ਘਰ ਵਾਲੀ ਲੰਗਰ 'ਚ ਸੇਵਾ ਕਰ ਰਹੀ ਸੀ, ਜਦੋਂ ਉਹਨੇ ਇਹ ਸਾਰੇ ਗੱਲ ਸੁਣੇ, ਮਹਾ ਦੁਖਿਤ ਚਿਤ ਮੈਂ ਸਿਰ ਧੋਨਿਓ। ਬੜੀ ਦੁਖੀ ਹੋਈ, ਹਿਰਦਾ ਬੜਾ ਦੁਖੀ ਹੋਇਆ। ਹੁਣ ਸਿਰ ਜਿਹੜਾ ਸੀ ਉਹ ਹਿਲਾਉਣ ਲੱਗੇ, ਸਿਰ ਮਾਰਨ ਲੱਗੇ, ਬੜੇ ਦੁਖੀ ਹੋਏ। ਆਈ ਰੁਦਤ ਸਤਗੁਰ ਤੀਰ। ਤੇ ਰੋਂਦੀ ਹੋਈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ। ਇਹ ਕਿਆ ਕੀਨਸ ਹੇ ਪ੍ਰਭ ਧੀਰ। ਇਹ ਧੀਰਜਵਾਨ ਸਤਿਗੁਰੂ ਪਾਤਸ਼ਾਹ, ਸਤਿਗੁਰੂ ਜੀ, ਇਹ ਤੁਸੀਂ ਕੀ ਕਰ ਦਿੱਤਾ? ਕੁਸ਼ਟੀ ਮਾਤ ਪਿਤਾ ਕੁਲਹੀਨ। ਇੱਕ ਕੋੜੀ, ਜਿਹਦੇ ਸਰੀਰ ਤੇ ਕੋੜ ਦਾ ਰੋਗ ਹੈ, ਜਿਹਦੇ ਮਾਤਾ ਪਿਤਾ ਵੀ ਨਹੀਂ, ਜਿਹਦੀ ਕੋਈ ਕੁੱਲ ਦਾ ਵੀ ਪਤਾ ਨਹੀਂ। ਸੁਤਾ ਨਿਨਾਵੇ ਕੋ ਮੁਰਦੀਨ। ਇਹ ਬੇਨਾਵੇ ਨੂੰ ਮੇਰੀ ਪੁੱਤਰੀ ਵਿਆਹ ਦਿੱਤੀ ਪਾਤਸ਼ਾਹ ਜੀ ਤੁਸੀਂ। ਨਾ ਇਹਦਾ ਮਾਤਾ ਪਿਤਾ ਹੈ, ਨਾ ਇਹਦੀ ਕੋਈ ਕੁੱਲ ਦਾ ਕੋਈ ਪਤਾ ਹੈ, ਇਹ ਬੇਨਾਵਾ ਸੀ, ਇਹਦੇ ਨਾਲ ਤੁਸੀਂ ਮੇਰੀ ਪੁੱਤਰੀ ਦਾ ਵਿਆਹ ਕਰ ਦਿੱਤਾ ਹੈ। ਸੁਨ ਸ਼੍ਰੀ ਅਮਰਦਾਸ ਤਬ ਹਸੇ। ਤੇ ਹੁਣ ਸ਼ੀਏ ਦੀ ਘਰ ਵਾਲੀ ਨੇ ਜਦੋਂ ਇਹ ਕਿਹਾ, ਇਹ ਸੁਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾਏ। ਮੁਸਕਰਾਉਂਦੇ ਹੋਏ ਕਹਿਣ ਲੱਗੇ, ਕਯੋ ਤਾਏ ਕਰੁਣਾ ਰੰਗ ਰਸੇ। ਕਰੁਣਾ ਦੇ ਰਸ ਵਿੱਚ ਰਮੇ ਹੋਏ ਮੇਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਜਾਨੋ ਮਮ ਸੁਤ ਏ ਜੋ ਮੁਰਾਰੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਇਆਲ ਨਾ ਕਬਹੂ ਝੂਰੀ ਹੈ। ਜਦੋਂ ਗੁਰੂ ਦਿਆਲਤਾ ਕਰਦਾ ਨਾ ਤੇ ਨਿਹਾਲ ਕਰ ਦਿੰਦਾ, ਨਦਰ ਨਿਹਾਲ ਕਰ ਦਿੰਦਾ। ਪਾਤਸ਼ਾਹ ਕਹਿਣ ਲੱਗੇ, ਜਦੋਂ ਇਹਨੇ ਕਿਹਾ ਇਹਦਾ ਕੋਈ ਨਾਂ ਨਹੀਂ, ਕੋਈ ਥਾਂ ਨਹੀਂ, ਕੋਈ ਕੁੱਲ ਦਾ ਪਤਾ ਨਹੀਂ, ਨਾ ਇਹਦਾ ਮਾਤਾ ਪਿਤਾ ਹੈ, ਤੁਸੀਂ ਮੇਰੀ ਪੁੱਤਰੀ ਵਿਆਹ ਦਿੱਤੀ ਹੈ। ਤੇ ਸਤਿਗੁਰੂ ਪਾਤਸ਼ਾਹ ਸੁਣ ਕੇ ਕਹਿਣ ਲੱਗੇ, ਮੁਰਾਰੀ ਸਾਡਾ ਪੁੱਤਰ ਹੈ, ਮੁਰਾਰੀ ਸਾਡਾ ਪੁੱਤਰ ਹੈ। ਵਿਆਹੋ ਤਨੁਜਾ ਸੰਗ ਤੁਮਾਰੀ। ਜਿਹਦੇ ਨਾਲ ਤੇਰੀ ਪੁੱਤਰੀ ਦਾ ਵਿਆਹ ਕੀਤਾ ਹੈ, ਇਹ ਸਾਡਾ ਹੀ ਪੁੱਤਰ ਜਾਣਨਾ ਕਰੋ। ਤਬ ਤਨੁਜਾ ਕੋ ਨਾਮ ਮਥੋ ਹੈ। ਤੁਹਾਡੀ ਸੁਪੁੱਤਰੀ ਦਾ ਨਾਮ ਮਥੋ ਹੈ। ਮਥੋ ਨਾਮ ਤੁਸੀਂ ਆਪਣੀ ਸੁਪੁੱਤਰੀ ਦਾ ਰੱਖਿਆ ਹੈ। ਨਾਮ ਮੁਰਾਰੀ ਯਾਏ ਕਥੋ ਹੈ। ਤੇ ਇਧਰ ਮੁਰਾਰੀ ਨਾਮ ਅਸੀਂ ਰੱਖ ਦਿੱਤਾ ਪ੍ਰੇਮੇ ਦਾ, ਇਹਦਾ ਮੁਰਾਰੀ ਨਾਮ ਅਸੀਂ ਰੱਖ ਦਿੱਤਾ ਹੈ। ਮਥੋ ਮੁਰਾਰੀ ਸਿਮਰੇ ਨਾਮ। ਹੁਣ ਸਾਰੇ ਜਿਹੜੇ ਹਨ ਉਹ ਮਥੋ ਦੇ ਮੁਰਾਰੀ ਦਾ ਨਾਮ ਸਿਮਰਨਗੇ। ਤੁਹਾਡੀ ਪੁੱਤਰੀ ਦਾ ਨਾਮ ਮਥੋ ਹੈ, ਇਹਦਾ ਮੁਰਾਰੀ ਹੈ। ਮਥੋ ਤੇ ਮੁਰਾਰੀ ਦਾ ਨਾਮ ਲੋਕ ਸਿਮਰਿਆ ਕਰਨਗੇ। ਪੂਰਨ ਹੋਏ ਨਰਨ ਕੇ ਕਾਮ। ਤੇ ਜਿਹੜੇ ਮਥੋ ਮੁਰਾਰੀ ਦਾ ਨਾਮ ਸਿਮਰਨਗੇ, ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਜਾਣਗੇ, ਉਹਨਾਂ ਦੇ ਸਾਰੇ ਕਾਰਜ ਗੁਰੂ ਸਵਾਰੇਗਾ। ਮਥੋ ਨਾਮ ਆਗੇ ਕਹਿ ਆਛੇ। ਪਹਿਲਾਂ ਲੋਕ ਮਥੋ ਦਾ ਨਾਮ ਲੈਣਗੇ, ਪਹਿਲਾਂ ਤੁਹਾਡੀ ਪੁੱਤਰੀ ਦਾ ਨਾਮ ਮਥੋ ਕਰਕੇ ਲੈਣਗੇ। ਨਾਮ ਮੁਰਾਰੀ ਭਾਖੇ ਪਾਛੇ। ਮੁਰਾਰੀ ਨਾਮ ਫਿਰ ਸਾਰੇ ਜਿਹੜੇ ਹਨ ਉਹ ਪਿੱਛੋਂ ਲੈਣਗੇ। ਪਹਿਲਾ ਨਾਮ ਆਏਗਾ ਮਥੋ ਦਾ, ਫਿਰ ਲੋਕ ਮੁਰਾਰੀ ਕਹਿਣਗੇ। ਮਥੋ ਮੁਰਾਰੀ ਇਹ ਨਾਮ ਇਸ ਪ੍ਰਕਾਰ ਦੇ ਨਾਲ ਲਿਆ ਕਰਨਗੇ। ਨਰ ਪੂਜेंगे ਮਥੋ ਮੁਰਾਰੀ। ਸੰਸਾਰ ਦੇ ਲੋਕ ਇਹਨਾਂ ਨੂੰ ਪੂਜਣਗੇ, ਮਥੋ ਤੇ ਮੁਰਾਰੀ ਨੂੰ। ਚਿਤ ਚਿੰਤਾ ਦੇ ਸ਼ੋਕ ਬਿਸਾਰੀ। ਇਸ ਕਰਕੇ ਹਿਰਦੇ ਦੇ ਵਿੱਚੋਂ ਚਿੰਤਾ ਜਿਹੜੀ ਆ, ਸ਼ੋਕ ਆ, ਉਹਨੂੰ ਤਿਆਗ ਦੇਵੋ। ਕਿਸੇ ਪ੍ਰਕਾਰ ਦਾ ਕੋਈ ਸ਼ੋਕ ਨਾ ਕਰੋ, ਚਿੰਤਾ ਦਾ ਤਿਆਗ ਕਰ ਦੇਵੋ। ਇਹ ਦੋਨੋਂ ਹੋਏ ਵੱਡ ਭਾਗੇ। ਇਹ ਦੋਵੇਂ ਵੱਡਿਆਂ ਭਾਗਾਂ ਵਾਲੇ ਹੋਏ ਹਨ। ਮੇਰੀ ਪ੍ਰੇਮ ਭਗਤ ਮੈਂ ਪਾਗੇ। ਜਿਹੜੇ ਮੇਰੇ ਪ੍ਰੇਮਾ ਭਗਤੀ ਦੇ ਵਿੱਚ ਪੂਰਨ ਹੋਏ ਨੇ, ਇਹ ਮਥੋ ਤੇ ਮੁਰਾਰੀ, ਜਿਨ੍ਹਾਂ ਨੇ ਸਾਡੇ ਪੂਰਨ ਪ੍ਰੇਮਾ ਭਗਤੀ ਨੂੰ ਧਾਰਨ ਕੀਤਾ ਹੈ। ਤੂਸ਼ਨ ਹੋਏ ਪੁਨੇ ਕਰ ਗਈ। ਫਿਰ ਚੁੱਪ ਕਰਕੇ ਇਸ ਪ੍ਰਕਾਰ ਦੇ ਨਾਲ
ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ ਵਾਪਸ ਘਰ ਨੂੰ ਚਲੇ ਗਏ। ਦੰਪਤ ਕੋ ਗੁਰ ਆਗਿਆ ਦਈ। ਤੇ ਇਹ ਜਿਹੜੇ ਦੰਪਤੀ ਸੀ ਮੱਥੋ ਤੇ ਮੁਰਾਰੀ, ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਆਗਿਆ ਦਿੱਤੀ। ਮਥੋ ਮੁਰਾਰੀ ਅਬ ਤੁਮ ਜਾਵੋ। ਕਹਿਣ ਲੱਗੇ ਮੱਥੋ ਮੁਰਾਰੀ ਹੁਣ ਤੁਸੀਂ ਵੀ ਆਪਣੇ ਘਰ ਨੂੰ ਜਾਣਾ ਕਰੋ। ਸਤਨਾਮ ਉਪਦੇਸ਼ ਦ੍ਰਿੜਾਵੋ। ਸਤਨਾਮ ਵਾਹਿਗੁਰੂ ਰੂਪੀ ਜਿਹੜਾ ਮੰਤਰ ਹੈ, ਗੁਰੂ ਮੰਤਰ ਤੁਹਾਨੂੰ ਬਖਸ਼ਿਸ਼ ਕੀਤਾ ਹੈ, ਉਹ ਆਪ ਜਪੋ, ਅਵਰਾ ਨਾਮ ਜਪਾਵੋ, ਹੋਰਨਾਂ ਨੂੰ ਜਾ ਕੇ ਦ੍ਰਿੜ ਕਰਵਾਓ। ਗੁਰ ਸਿੱਖੀ ਜਗ ਅਧਿਕ ਬਿਰਧਾਵੋ। ਸੰਸਾਰ ਦੇ ਅੰਦਰ ਗੁਰੂ ਨਾਨਕ ਦੇ ਸਿੱਖੀ ਦਾ ਵਾਧਾ ਕਰੋ, ਗੁਰੂ ਨਾਨਕ ਦੇ ਸਿੱਖੀ ਦਾ ਪ੍ਰਚਾਰ ਕਰੋ। ਨਿਜ ਗ੍ਰਹਿ ਬਸੋ ਸਦਾ ਸੁਖ ਪਾਵੋ। ਆਪਣੇ ਘਰ ਦੇ ਵਿੱਚ ਜਾ ਕੇ ਵਸਣਾ ਕਰੋ, ਸੁੱਖਾਂ ਦੇ ਸਹਿਤ ਘਰ ਦੇ ਵਿੱਚ ਵਸਦਿਆਂ ਵੱਡੇ ਸੁੱਖ ਨੂੰ ਮੰਨਣਾ ਕਰੋ। ਤੇਰੋ ਬਾਖ ਫੁਰੇ ਜਿਮ ਤੇ ਕਹੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜੋ ਬਾਕ ਜੋ ਬਚਨ ਆਪਣੇ ਮੁਖ ਤੋਂ ਤੁਸੀਂ ਕਹੋਗੇ, ਬਰ ਕੈ ਸਰਾਪ ਦੇ ਜਿਸ ਚਾਹੇ। ਵਾਰ ਹੋਵੇ ਸਰਾਪ ਹੋਵੇ, ਜਿਸ ਪ੍ਰਕਾਰ ਦੇ ਨਾਲ ਕੋਈ ਬਚਨ ਮੁਖ ਤੋਂ ਕਰੋਗੇ, ਤੇਰੀ ਭਗਤ ਪਰੀ ਅਬ ਪੂਰੀ। ਉਹ ਬਚਨ ਪੂਰੇ ਹੋਣਗੇ। ਹੇ ਮੁਰਾਰੀ ਤੇਰੀ ਜਿਹੜੀ ਭਗਤੀ ਆ ਉਹ ਪੂਰੀ ਹੋਈ ਹੈ। ਪ੍ਰਾਪਤ ਪਈ ਮਹਾਗਤ ਰੂਰੀ। ਪਰਮ ਗਤੀ ਤੁਸੀਂ ਪ੍ਰਾਪਤ ਕੀਤੀ ਹੈ, ਸੁੰਦਰ ਜਿਹੜੀ ਹੈ ਪਦਵੀ ਤੁਸੀਂ ਪ੍ਰਾਪਤ ਕੀਤੀ ਹੈ, ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ। ਤੁਝ ਸੋ ਮਿਲੇ ਸੋ ਭਵ ਜਲ ਤਰੇ। ਇਹ ਮੱਥੋ ਮੁਰਾਰੀ ਜਿਹੜੇ ਤੁਹਾਨੂੰ ਮਿਲਣਗੇ ਉਹ ਮਿਲਣ ਵਾਲੇ ਸੰਸਾਰ ਸਾਗਰ ਤੋਂ ਭਵਜਲ ਤੋਂ ਤਰ ਜਾਣਗੇ, ਉਹ ਸੰਸਾਰ ਭਵਜਲ ਨੂੰ ਤਰ ਲੈਣਗੇ। ਤੋ ਕਹਿਬੋ ਇਸ ਤੇ ਕਿਆ ਪਰੇ। ਇਹਦੇ ਤੋਂ ਪਰੇ ਹੋਰ ਕੀ ਕਹਿਣਾ ਕਰੀਏ। ਸਤਿਗੁਰੂ ਕਿਰਪਾਲੂ ਦਇਆਲੂ ਸਤਿਗੁਰੂ ਜੀ ਨੇ ਐਸੀਆਂ ਰਹਿਮਤਾਂ ਕੀਤੀਆਂ, ਐਸੀਆਂ ਬਖਸ਼ਿਸ਼ਾਂ ਨਾਲ ਨਵਾਜਿਆ ਮੱਥੂ ਤੇ ਮੁਰਾਰੀ ਨੂੰ। ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਵਡਿਆਈ ਨੂੰ ਹੋਰ ਇਸ ਤੋਂ ਪਰੇ ਕੀ ਕਹਿਣਾ ਕਰੀਏ। ਭੁਗਤ ਮੁਕਤ ਨਵ ਤਨ ਤਿਸ ਦੈ ਕੇ। ਸਤਿਗੁਰੂ ਪਾਤਸ਼ਾਹ ਜੀ ਨੇ ਭੁਗਤ ਸੁਖ ਬਖਸ਼ ਦਿੱਤੇ, ਮੁਕਤੀ ਦੀ ਦਾਤ ਜਿਹੜੀ ਉਹ ਬਖਸ਼ ਦਿੱਤੀ ਹੈ। ਵਿਦਾ ਕਰਿਓ ਗਮਨਿਓ ਸੁਖ ਪੈ ਕੇ। ਤੇ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਭੁਗਤੇ ਮੁਕਤੀ ਤੇ ਸੁਖ ਦੇ ਦਾਨ ਬਖਸ਼ਦਿਆਂ ਹੋਇਆਂ ਜਿਹੜਾ ਉਹ ਵਿਦਾ ਕੀਤਾ ਹੈ। ਗ੍ਰਹਿ ਨਿਜ ਬਸ ਗੁਰ ਸੁਜਸ ਕਰੰਤਾ। ਤੇ ਹੁਣ ਆਪਣੇ ਘਰ ਦੇ ਵਿੱਚ ਜਾ ਕੇ ਦੋਵੇਂ ਵਸ ਰਹੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਹਰ ਰੋਜ਼ ਕਰਦੇ। ਦੋਨੋਂ ਇਹ ਦੰਪਤੀ ਪਤੀ ਪਤਨੀ ਮੱਥੋ ਤੇ ਮੁਰਾਰੀ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਵਰਣਨ ਕਰਦੇ ਹਨ। ਮਿਲਿਓ ਜੇ ਤਿਸ ਸੁਖ ਸੋਪ ਭਵੰਤਾ। ਤੇ ਜਿਹੜਾ ਵੀ ਮੱਥੋ ਤੇ ਮੁਰਾਰੀ ਨੂੰ ਮਿਲਦਾ ਉਹ ਸੁਖੀ ਹੋ ਜਾਂਦਾ, ਉਹ ਸੁਖੀ ਜੀਵਨ ਵਾਲਾ ਬਣ ਜਾਂਦਾ। ਕਰੇ ਗੁਰੂ ਇਵ ਦੀਨਨ ਕਾਮ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀਨਾਂ ਦੇ ਕਾਰਜ ਆਪ ਸਵਾਰਦੇ ਨੇ। ਜਿਹੜੇ ਦੀਨ ਨੇ, ਜਿਨ੍ਹਾਂ ਦੀ ਕੋਈ ਬਾਹ ਫੜਨ ਵਾਲਾ ਨਹੀਂ, ਉਹਨਾਂ ਦੇ ਕਾਰਜ ਗੁਰੂ ਆਪ ਕਿਰਪਾ ਕਰਕੇ ਸਵਾਰਦਾ ਹੈ। ਜਾਂ ਤੇ ਦੀਨ ਦਿਆਲ ਕਹੇ ਨਾਮ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਾਰੇ ਸੰਸਾਰ ਦੇ ਜਗਤ ਦੇ ਲੋਕ ਦੀਨ ਦਿਆਲ ਕਹਿੰਦੇ ਨੇ ਕਿ ਸਤਿਗੁਰੂ ਜੀ ਦੀਨਾਂ ਤੇ ਦਇਆ ਕਰਨ ਵਾਲੇ ਹਨ। ਦੀਨ ਦਿਆਲ ਕਰਕੇ ਗੁਰੂ ਸਾਹਿਬ ਜੀ ਨੂੰ ਜਾਣਦੇ ਹਨ। ਇਮ ਮਤ ਮੰਦ ਅਨੇਕ ਉਧਾਰੇ। ਇਸ ਪ੍ਰਕਾਰ ਦੇ ਨਾਲ ਅਨੇਕਾਂ ਜਿਹੜੇ ਮਤ ਥੋੜੀ ਬੁੱਧ ਵਾਲੇ, ਖੋਟੀ ਮਤ ਵਾਲੇ ਜਿਹੜੇ ਹਨ ਉਹ ਅਨੇਕਾਂ ਹੀ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦਾ ਉਧਾਰ ਕੀਤਾ ਹੈ। ਜਗ ਮੈਂ ਪ੍ਰਗਟਿਓ ਜੈ ਜੈਕਾਰੇ। ਜਗਤ ਦੇ ਵਿੱਚ ਬਿਦਤ ਪ੍ਰਗਟ ਹੋਈ, ਜੈ ਜੈਕਾਰ ਗੁਰੂ ਕੀ ਸਾਰੇ ਸਤਿਗੁਰੂ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੇ ਹਨ। ਧਰੇ ਪ੍ਰੇਮ ਜੋ ਸੁਨੇ ਸੁਨਾਵੇ। ਜਿਹੜੇ ਪ੍ਰੇਮ ਧਾਰਨ ਕਰਕੇ ਇਸ ਕਥਾ ਨੂੰ ਸੁਣਨਗੇ ਜਾਂ ਸੁਣਾਉਣਗੇ, ਇਸ ਕਥਾ ਨੂੰ ਜਿਹੜਾ ਸਰਵਨ ਕਰਾਵੇਗਾ, ਪ੍ਰੇਮ ਨਾਲ ਸੁਣੇਗਾ, ਚਾਰ ਪਦਾਰਥ ਗੁਰ ਤੇ ਪਾਵੇ। ਉਹਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਗੁਰੂ ਕੋਲੋਂ ਹੋਵੇਗੀ। ਜਿਹੜਾ ਮੱਥੋ ਤੇ ਮੁਰਾਰੀ ਦੀ ਇਹ ਕਥਾ ਪ੍ਰੇਮ ਨਾਲ ਸੁਣੇਗਾ, ਸੁਣਾਵੇਗਾ, ਉਹਨੂੰ ਚਾਰ ਪਦਾਰਥ ਗੁਰੂ ਸਾਹਿਬ ਬਖਸ਼ ਦੇਣਗੇ, ਚਾਰ ਪਦਾਰਥਾਂ ਦੀ ਪ੍ਰਾਪਤੀ ਕਰ ਲਵੇਗਾ।
ਦੋਹਰਾ ਦਿਜਬਰ ਖੇਡਾ ਸੋਏਰੀ ਦੁਰਗਾ ਭਗਤ ਵਿਸਾਲ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਖੇ ਜਿੱਥੇ ਬੇਅੰਤ ਸੰਗਤਾਂ ਚੱਲ ਕੇ ਆ ਰਹੀਆਂ ਨੇ, ਸਤਿਗੁਰੂ ਜੀ ਸਭਨਾਂ ਤੇ ਬਖਸ਼ਿਸ਼ਾਂ ਰਹਿਮਤਾਂ ਕਰਕੇ ਨਿਵਾਜ ਰਹੇ ਨੇ। ਜਿੱਥੇ ਮੱਥੋ ਮੁਰਾਰੀ ਤੇ ਰਹਿਮਤ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ, ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਦਿਜਬਰ ਖੇਡਾ, ਇਹ ਜਿਹੜਾ ਬ੍ਰਾਹਮਣ ਸੀ ਸੋਇਨੀ ਖੇਡਾ, ਇਹ ਦੁਰਗਾ ਦਾ ਜਿਹੜਾ ਮਹਾਨ ਭਗਤ ਹੋਇਆ, ਦੁਰਗਾ ਦਾ ਵੱਡਾ ਭਗਤ ਸੀ। ਨਿਤ ਪ੍ਰਤ ਪੂਜਾ ਬਹੁ ਕਰੇ ਧਰੇ ਗਿਆਨ ਸਭ ਕਾਲ। ਇਹ ਹਰ ਰੋਜ਼ ਦੁਰਗਾ ਦੀ ਪੂਜਾ ਕਰਦਾ ਤੇ ਧਿਆਨ ਲਾ ਕਰਕੇ ਜਿਹੜਾ ਸੁਰਤ ਨੂੰ ਟਿਕਾ ਕੇ ਧਿਆਨ ਲਾ ਕੇ ਪੂਜਾ ਕਰਦਾ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ। ਚੌਪਈ ਨਰ ਸਮੁਦਾਇ ਮਿਲੈ ਟਿਗ ਆਵੇਂ। ਬਹੁਤ ਜਿਹੜੇ ਮਨੁੱਖ ਹਨ ਉਹ ਮਿਲ ਕਰਕੇ ਚੱਲ ਕੇ ਇਸ ਦੇ ਕੋਲ ਜਿਹੜਾ ਖੇਡਾ ਸੋਇਨੀ ਹੈ ਇਹਦੇ ਕੋਲ ਚੱਲ ਕੇ ਆਉਂਦੇ ਹਨ। ਸ਼੍ਰੀ ਦੁਰਗਾ ਕੇ ਦਰਸ਼ਨ ਜਾਵੇਂ। ਫਿਰ ਵੱਡਾ ਸੰਗ ਬਣਾ ਕੇ ਵੱਡਾ ਟੋਲਾ ਇਕੱਠਾ ਕਰਕੇ ਦੁਰਗਾ ਦੇ ਦਰਸ਼ਨ ਕਰਨ ਵਾਸਤੇ ਜਾਂਦੇ। ਸੰਮਤ ਮੈਂ ਜੁਗ ਯਾਤਰਾ ਕਰਈ। ਇੱਕ ਸਾਲ ਦੇ ਵਿੱਚ ਇਹ ਜਿਹੜਾ ਖੇਡਾ ਸੋਇਨੀ ਸੀ, ਇੱਕ ਸਾਲ ਦੇ ਵਿੱਚ 2 ਵਾਰੀ ਦੁਰਗਾ ਦੇ ਦਰਸ਼ਨ ਜਾਇਆ ਕਰਨ ਵਾਸਤੇ ਜਾਇਆ ਕਰਦਾ ਸੀ। ਨਿਰਜਲ ਨਿਰਾਹਾਰ ਬ੍ਰਤ ਧਰਈ। ਤੇ ਜਦੋਂ ਇਸ ਪ੍ਰਕਾਰ ਦੇ ਨਾਲ ਇਹ ਦਰਸ਼ਨ ਕਰਨ ਜਾਂਦਾ ਤੇ ਨਿਰਜਲ ਜਲ ਰਹਿਤ ਬਿਨਾ ਜਲ ਛਕੇ ਤੇ ਬਿਨਾ ਖਾਣ ਤੋਂ ਜਿਹੜਾ ਇਹ ਵਰਤ ਰੱਖਦਾ। ਇੱਕ ਬਾਰੀ ਯਾਤਰਾ ਕੋ ਚਲਿਓ। ਇੱਕ ਦਿਨ ਇਹਨਾਂ ਨੇ ਤਿਆਰੀ ਕੀਤੀ, ਦੁਰਗਾ ਦੇ ਦਰਸ਼ਨ ਕਰਨ ਵਾਸਤੇ ਯਾਤਰਾ ਆਰੰਭੀ ਹੈ। ਤਿਸ ਕੇ ਸੰਗ ਬ੍ਰਿੰਦ ਨਰ ਮਿਲਿਓ। ਤੇ ਬਹੁਤ ਸਾਰੇ ਮਨੁੱਖ ਆ ਕੇ ਖੇਡਾ ਸੋਇਨੀ ਨੂੰ ਆ ਕੇ ਮਿਲੇ, ਵੱਡਾ ਸੰਗ ਜਿਹੜਾ ਇਕੱਠਾ ਹੋਇਆ। ਚਲਤ ਪੰਥ ਮੈਂ ਗੁਰਪੁਰੇ ਆਵਾ। ਚਲਦਿਆਂ ਜਿਹੜਾ ਹੈ ਰਸਤੇ ਦੇ ਵਿੱਚ ਗੋਇੰਦਵਾਲ ਸਾਹਿਬ ਨਗਰ, ਇਹ ਗੁਰੂ ਕਾ ਨਗਰ ਆਇਆ। ਦਰਸ਼ਨ ਕਰਬੇ ਕੋ ਲਲਚਾਵਾ। ਤੇ ਜਾਣਿਆ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਗਰੀ ਵਸਾਈ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਨਗਰ ਤੀਰਥ ਸਥਾਨ ਸਤਿਗੁਰੂ ਜੀ ਨੇ ਰਚਿਆ ਹੈ ਜਾਣ ਕਰਕੇ, ਤੇ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਵਾਸਤੇ ਮਨ ਲਲਚਾਇਆ ਹੈ। ਪਇਓ ਠਾਂਡ ਜਬ ਗੁਰ ਕੇ ਦੁਆਰੇ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਦਵਾਰ ਤੇ ਪਹੁੰਚਿਆ ਤੇ ਦਵਾਰ ਤੇ ਖੜਾ ਹੋ ਕਰਕੇ ਤਬ ਸਿੱਖਨ ਇਮ ਬਾਕੀ ਉਚਾਰੇ। ਹੁਣ ਜਦੋਂ ਵਿਚਾਰ ਕਰ ਰਿਹਾ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਮਨ ਅੰਦਰ ਫੁਰਨਾ ਬਣਿਆ, ਦਵਾਰ ਤੇ ਖੜਾ ਹੈ ਤੇ ਇਹਨੂੰ ਖੜੇ ਨੂੰ ਵੇਖ ਕਰਕੇ ਇੱਕ ਸਿੱਖ ਨੇ ਜਿਹੜਾ ਇਸ ਪ੍ਰਕਾਰ ਦੇ ਨਾਲ ਕਹਿਣਾ ਕੀਤਾ, ਗੁਰ ਆਗਿਆ ਕੋ ਸੁਨਬੋ ਕਰੀਏ। ਕਹਿਣ ਲੱਗੇ, ਹੇ ਬ੍ਰਾਹਮਣ ਜੀ, ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਜਿਹੜੀ ਆਗਿਆ ਹੈ ਉਹ ਆਗਿਆ ਧਿਆਨ ਦੇ ਨਾਲ ਸੁਣਨਾ ਕਰੋ। ਬਹੁਰ ਨਿਕੇਤ ਪੂਰ ਮੈਂ ਬਰੀਏ। ਉਹ ਆਗਿਆ ਨੂੰ ਸੁਣ ਕਰਕੇ ਫਿਰ ਤੁਸੀਂ ਗੁਰੂ ਦੇ ਦਵਾਰ ਤੇ ਪ੍ਰਵੇਸ਼ ਕਰਨਾ ਹੈ। ਪ੍ਰਥਮ ਦੇਗ ਤੇ ਅਚਵੋ ਜਾਏ। ਗੁਰੂ ਸਾਹਿਬ ਜੀ ਦੀ ਆਗਿਆ ਕੀ ਸੀ, ਕੀ ਹੁਕਮ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਕਿ ਗੋਇੰਦਵਾਲ ਸਾਹਿਬ ਜਿਹੜਾ ਵੀ ਕੋਈ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਚੱਲ ਕੇ ਆਵੇ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਭੋਜਨ ਛਕੇ। ਇਹ ਅਕਬਰ ਵਰਗਾ ਬਾਦਸ਼ਾਹ ਵੀ ਚੱਲ ਕੇ ਆਉਂਦਾ ਹੈ ਤੇ ਉਹਨੂੰ ਵੀ ਪਹਿਲਾਂ ਭੋਜਨ ਛਕਣਾ ਪੈਂਦਾ, ਪੰਗਤ ਵਿੱਚ ਬੈਠ ਕੇ ਫਿਰ ਗੁਰੂ ਦੇ ਦੀਦਾਰ ਪ੍ਰਾਪਤ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੇ ਪੰਗਤ ਪਾਛਾ ਸੰਗਤ, ਪੰਗਤ ਤੇ ਸੰਗਤ ਜਿਹੜੀਆਂ ਕਾਇਮ ਕੀਤੀਆਂ। ਗੁਰੂ ਸਾਹਿਬ ਦੀ ਆਗਿਆ ਹੁਕਮ ਹੈ ਕਿ ਪਹਿਲਾਂ ਜਿਹੜਾ ਹੈ ਉਹ ਲੰਗਰ ਦੇ ਵਿੱਚੋਂ ਪੰਗਤ ਵਿੱਚ ਬੈਠ ਕੇ ਭੋਜਨ ਛਕਣਾ ਕਰੋ। ਪੀਛੇ ਗੁਰ ਦਰਸ਼ਨ ਕੋ ਪਾਏ। ਗੁਰੂ ਸਾਹਿਬ ਜੀ ਦੇ ਲੰਗਰਾਂ ਵਿੱਚੋਂ ਭੋਜਨ ਛਕ ਕਰਕੇ ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ। ਇਹ ਗੁਰੂ ਸਾਹਿਬ ਜੀ ਦੀ ਆਗਿਆ ਹੈ। ਸੁਨ ਕਰ ਖੇਡੇ ਕੀਨ ਵਿਚਾਰਨ। ਹੁਣ ਇਹ ਜਿਹੜਾ ਖੇਡਾ ਬ੍ਰਾਹਮਣ ਚੱਲ ਕੇ ਆਇਆ, ਇਹ ਜਦੋਂ ਸਿੱਖ ਦੇ ਬੋਲ ਸੁਣ ਕੇ ਹਿਰਦੇ ਦੇ ਵਿੱਚ ਵਿਚਾਰ ਕਰਨ ਲੱਗਾ, ਮੈਂ ਕਿਮ ਕਰਹੁ ਨੇਮ ਨਿਵਾਰਨ। ਕਹਿਣ ਲੱਗਾ ਮੇਰਾ ਨੇਮ ਹੈ, ਮੈਂ ਆਪਣਾ ਨੇਮ ਕਿਵੇਂ ਛੱਡ ਦਿਆਂ,
ਮੈਂ ਭੋਜਨ ਨਹੀਂ ਛਕਦਾ, ਜਾਂ ਜੇ ਭੋਜਨ ਛਕਦਾ ਤੇ ਪੂਰਾ ਸੁਚਮਤਾ ਨਾਲ ਆਪ ਤਿਆਰ ਕਰਦਾ। ਜਿਹੜਾ ਮੇਰਾ ਭੋਜਨ ਛਕਣ ਦਾ ਮੈਂ ਨੇਮ ਬਣਾਇਆ, ਉਹ ਮੈਂ ਆਪਣਾ ਨੇਮ ਕਿਵੇਂ ਤਿਆਗ ਸਕਦਾ ਹਾਂ? ਸੁਚ ਕਰ ਕਰੋ ਆਹਾਰ ਅਮੇਸ਼ੂ। ਮੈਂ ਹਮੇਸ਼ਾ ਬੜੇ ਸੁਚਮਤਾ ਦੇ ਨਾਲ ਆਹਾਰ ਭੋਜਨ ਛਕਦਾ, ਆਪ ਰਸੋਈ ਤਿਆਰ ਕਰਦਾ ਸੁਚਮਤਾ ਦੇ ਨਾਲ, ਫਿਰ ਜਾ ਕਰਕੇ ਮੈਂ ਭੋਜਨ ਤਿਆਰ ਕਰਕੇ ਛਕਦਾ ਹਾਂ। ਗੁਰ ਕੀ ਦੇਗ ਪ੍ਰਵੇਸ਼ ਅਸ਼ੇਸ਼ੂ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਲੰਗਰ ਨੇ, ਉਹਨਾਂ ਲੰਗਰਾਂ ਦੇ ਵਿੱਚ ਸਾਰਿਆਂ ਦੀ ਆਵਾਜਾਈ ਹੈ। ਉਹਨਾਂ ਦੇ ਵਿੱਚ ਸਾਰਾ ਦਿਨ ਜਿਹੜੇ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਆਸ਼ਰਮ ਬਰਨ ਨੇਮ ਵਿਵਹਾਰ। ਵਿਵਹਾਰ ਕਰਨ ਵਾਲੇ ਆਸ਼ਰਮ ਧਰਮੀ ਲੋਕ, ਵਰਨ ਜਿਹੜੇ ਹੈ ਕਈ ਜਾਤਾਂ ਪਾਤਾਂ ਦੇ, ਜਿਨ੍ਹਾਂ ਦਾ ਕੋਈ ਨੇਮ ਹੈ ਜਾਂ ਨਹੀਂ ਨੇਮ, ਹਰ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਦੇ ਲੰਗਰ ਚੱਲਦੇ ਨੇ। ਸਾਰਾ ਦਿਨ ਅਟੁੱਟ ਲੰਗਰ ਵਰਤਦੇ ਨੇ ਤੇ ਸਾਰਾ ਦਿਨ ਅਨੇਕਾਂ ਤਰ੍ਹਾਂ ਦੇ ਲੋਕ ਇਹਨਾਂ ਲੰਗਰਾਂ ਦੇ ਵਿੱਚ ਆਉਂਦੇ ਹਨ। ਗੁਰ ਕੋ ਮਿਲੇ ਸਕਲ ਨਿਰਵਾਰੇ। ਇਹ ਸਾਰੇ ਜਿਹੜੇ ਹੈ ਆਪਣਾ ਨੇਮ ਛੱਡ ਕਰਕੇ ਉਹ ਆ ਕੇ ਗੁਰੂ ਸਾਹਿਬ ਜੀ ਨੂੰ ਸਾਰੇ ਮਿਲਦੇ ਹਨ। ਐਸਾ ਕੋ ਵੱਡ ਪ੍ਰੇਮੀ ਹੋਏ। ਹੁਣ ਐਸਾ ਕਿਹੜਾ ਵੱਡਾ ਪ੍ਰੇਮੀ ਹੋਵੇਗਾ? ਗੁਰ ਹਿਤ ਰਖੇ ਅਪਰ ਸਭ ਖੋਏ। ਉਹ ਗੁਰੂ ਵਿੱਚ ਪ੍ਰੇਮ ਰੱਖੇ ਤੇ ਹੋਰ ਉਹਦਾ ਭਾਵੇਂ ਕੋਈ ਨੇਮ ਜੋ ਮਰਜ਼ੀ ਹੋਵੇ ਉਹ ਸਭ ਕੁਝ ਖੋ ਲਵੇ, ਗਵਾ ਦੇਵੇ, ਉਹਨੂੰ ਖਤਮ ਕਰ ਦੇਵੇ। ਐਸਾ ਕਿਹੜਾ ਵੱਡਾ ਪ੍ਰੇਮੀ ਹੋਵੇਗਾ? ਦੁਰਲਭ ਬਰਨ ਸੋ ਆਸ਼ਰਮ ਧਰਮ। ਮੇਰਾ ਜਿਹੜਾ ਬੜਾ ਵਰਨ ਉੱਚਾ ਵਰਨ ਦਾ ਮੈਂ ਹੈ, ਮੇਰਾ ਧਰਮ ਬੜਾ ਉੱਚਾ ਹੈ। ਨੈ ਤਜ ਸਕੋ ਸਹਿਤ ਜਗ ਸ਼ਰਮ। ਮੈਂ ਲੋਕ ਲੱਜਾ ਨੂੰ ਵੇਖਦਿਆਂ ਹੋਇਆਂ ਆਪਣਾ ਜਿਹੜਾ ਧਰਮ ਹੈ ਜਾਂ ਜਿਹੜਾ ਮੇਰਾ ਇਸ ਪ੍ਰਕਾਰ ਦੇ ਨਾਲ ਉੱਚਾ ਧਰਮ ਧਾਰਨ ਕੀਤਾ, ਮੇਰੀ ਕੁੱਲ ਉੱਚੀ ਹੈ, ਉਹਦਾ ਮੈਂ ਤਿਆਗ ਕਿਵੇਂ ਕਰਦੇ ਆ? ਇਮ ਉਰ ਤਰਕਤ ਹਟ ਸੋ ਰਹਿਓ। ਇਸ ਤਰ੍ਹਾਂ ਦੇ ਨਾਲ ਮਨ ਅੰਦਰ ਤਰਕ ਕਰਕੇ ਸ਼ੰਕਾ ਕਰਦਿਆਂ ਹੋਇਆਂ ਇਹ ਜਿਹੜਾ ਖੇੜਾ ਸੋਨੀ ਬ੍ਰਾਹਮਣ ਚੱਲ ਕੇ ਆਇਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਇਹ ਵਿਚਾਰ ਕਰਕੇ ਤਰਕ ਕਰਕੇ ਪਿੱਛੇ ਹਟ ਗਿਆ। ਅੰਤਰ ਗਿਓ ਨ ਦਰਸ਼ਨ ਲਿਓ। ਇਹਨੇ ਅੰਦਰ ਪ੍ਰਵੇਸ਼ ਨਹੀਂ ਕੀਤਾ, ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਨਹੀਂ ਗਿਆ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਵਾਪਸ ਮੁੜ ਗਿਆ। ਗਮਨਿਓ ਪੰਥ ਅਗਾਰੀ ਫੇਰ। ਜਿੱਧਰ ਅੱਗੇ ਇਹਨੇ ਜਾਣਾ ਸੀ ਦੁਰਗਾ ਦੇ ਦਰਸ਼ਨ ਕਰਨ ਵਾਸਤੇ, ਉਸ ਰਸਤੇ ਵੱਲ ਨੂੰ ਅੱਗੇ ਵਧਿਆ ਹੈ। ਲਿਓ ਸੰਗ ਮੈਂ ਸੰਗ ਬਡੇਰ। ਜਿੰਨੇ ਇਹਦੇ ਸਾਥੀ ਸਨ, ਨਾਲ ਸੰਗੀ ਚੱਲ ਕੇ ਆਏ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਵੱਡਾ ਟੋਲਾ ਬਣਾ ਕਰਕੇ ਗੋਇੰਦਵਾਲ ਤਜਿਓ ਦੋਇ ਕੋਸ। ਜਦੋਂ ਗੋਇੰਦਵਾਲ ਸਾਹਿਬ ਤੋਂ ਨਿਕਲਿਆ 2 ਕੋਹ ਦੀ ਦੂਰੀ ਤੇ ਜਦੋਂ ਅੱਗੇ ਚਲਾ ਗਿਆ, 2 ਕੋਹ ਗੋਇੰਦਵਾਲ ਜਦੋਂ ਪਿੱਛੇ ਛੱਡ ਦਿੱਤਾ, ਜਾਏ ਕਰਿਓ ਡੇਰਾ ਸ਼ਰਮ ਹੋਸ। ਤੇ ਹੁਣ ਜਿਹੜੀ ਥਕਾਵਟ ਮਹਿਸੂਸ ਹੋਈ, ਥਕਾਵਟ ਮਹਿਸੂਸ ਕਰਕੇ 2 ਕੋਹ ਦੀ ਦੂਰੀ ਤੇ ਜਾ ਕੇ ਡੇਰਾ ਕਰ ਲਿਆ। ਖਾਨ ਪਾਨ ਕਰਕੇ ਜਬ ਸੋਇਓ। ਭੋਜਨ ਪ੍ਰਸ਼ਾਦ ਤਿਆਰ ਕੀਤਾ, ਭੁੱਖ ਲੱਗੀ ਹੈ, ਭੋਜਨ ਪ੍ਰਸ਼ਾਦ ਛਕਿਆ, ਆਰਾਮ ਕਰਨ ਦੇ ਲਈ ਲੇਟ ਗਏ ਹਨ। ਮਹਾ ਭਿਆਨਕ ਸੁਪਨੋ ਹੋਇਓ। ਉਹ ਜਿਹੜਾ ਖੇੜਾ ਸੋਨੀ ਬ੍ਰਾਹਮਣ ਸੀ, ਜਦੋਂ ਸੁੱਤਾ ਹੈ ਤੇ ਸੁੱਤੇ ਪੈ ਨੂੰ ਬੜਾ ਭਿਆਨਕ ਸੁਪਨਾ ਆਇਆ। ਇਸ ਸੁੱਤੇ ਹੋਏ ਨੇ ਇੱਕ ਸੁਪਨਾ ਵੇਖਿਆ ਹੈ। ਦਾਰੁਨ ਰੂਪ ਕਾਲਕਾ ਹੇਰ। ਇਹਨੇ ਕਾਲਕਾ ਦਾ ਬੜਾ ਡਰਾਵਣਾ ਜਿਹੜਾ ਭੇਖ ਹੈ ਉਹ ਵੇਖਣਾ ਕੀਤਾ। ਤਰਾਸ ਪਾਏ ਕਰ ਬੋਲਿਓ ਫੇਰ। ਬੜਾ ਡਰਿਆ ਹੋਇਆ, ਜਦੋਂ ਸੁੱਤਾ ਹੋਇਆ ਸੁਪਨਾ ਵੇਖਦਾ ਹੈ, ਸੁਪਨੇ ਦੇ ਵਿੱਚ ਕਾਲਕਾ ਦਾ ਬੜਾ ਭਿਆਨਕ ਰੂਪ ਤੱਕਦਾ ਤੇ ਡਰ ਗਿਆ। ਡਰਿਆ ਹੋਇਆ ਜਿਹੜਾ ਹੈ ਬੋਲਦਾ, ਕਹਿਣ ਲੱਗਾ, ਹੇ ਮਾਤਾ ਮੈਂ ਭਗਤ ਤੁਮਾਰਾ। ਕਹਿਣ ਲੱਗਾ, ਹੇ ਦੇਵੀ, ਹੇ ਮਾਤਾ, ਮੈਂ ਤਾਂ ਤੇਰਾ ਸੇਵਕ ਹਾਂ, ਮੈਂ ਤੇਰਾ ਭਗਤ ਹਾਂ। ਕਰੂਰ ਜੋਗਨੀ ਮੋਇ ਪਰਵਾਰਾ। ਆ ਜਿਹੜੀਆਂ ਜੋਗਨੀਆਂ ਨੇ, ਇਹਨਾਂ ਭਿਆਨਕ ਜੋਗਨੀਆਂ ਨੇ ਮੈਨੂੰ ਘੇਰਾ ਪਾ ਲਿਆ। ਮਾਤਾ ਮੈਂ ਤੇਰਾ ਸੇਵਕ ਹਾਂ, ਤੇਰਾ ਦਾਸ ਹਾਂ। ਆ ਜੋਗਨੀਆਂ, ਭਿਆਨਕ ਜੋਗਨੀਆਂ ਨੇ ਮੈਨੂੰ ਘੇਰਾ ਪਾ ਲਿਆ, ਘੇਰ ਲਿਆ ਹੈ। ਇਨ ਤੇ ਰੱਛਾ ਮੇਰੀ ਕਰੀਏ। ਹੁਣ ਇਹਨਾਂ ਦੇ ਕੋਲੋਂ ਮੇਰੀ ਤੁਸੀਂ ਰੱਖਿਆ ਕਰੋ। ਨੈ ਪੱਖੇ ਸਗਰੀ ਨਿਰਵਰੀਏ। ਇਹਨਾਂ ਸਾਰਿਆਂ ਨੂੰ ਦੂਰ ਕਰ ਦੇਵੋ, ਨਹੀਂ ਇਹਨਾਂ ਨੇ ਮੈਨੂੰ ਖਾ ਜਾਣਾ।
ਇਹ ਮੈਨੂੰ ਖਾ ਨਾ ਜਾਣ, ਇਸ ਕਰਕੇ ਇਹਨਾਂ ਨੂੰ ਦੂਰ ਭਜਾ ਦਿਓ। ਕੌਣ ਦੋਸ਼ ਮੇਰੋ ਅਸ ਜੋਵਾ। ਮੇਰੇ ਵਿੱਚ ਐਸਾ ਕਿਹੜਾ ਦੋਸ਼ ਵੇਖਿਆ ਹੈ, ਕਿਹੜਾ ਐਸਾ ਮੇਰੇ ਕੋਲੋਂ ਪਾਪ ਹੋ ਗਿਆ ਹੈ, ਕਿਹੜਾ ਦੋਸ਼ ਹੋਣ ਦੇ ਕਾਰਨ ਇਹ ਜੋਗਨੀਆਂ ਨੇ ਮੈਨੂੰ ਘੇਰਾ ਪਾ ਲਿਆ ਹੈ। ਜਿਸ ਤੇ ਤਰਾਸਕ ਦਰਸ਼ਨ ਹੋਵਾ। ਇਸ ਦੇ ਨਾਲ ਡਰਦਿਆਂ ਹੋਇਆਂ ਇਹਨਾਂ ਦੇ ਮੈਨੂੰ ਦਰਸ਼ਨ ਜੋਗਨੀਆਂ ਦੇ ਹੋਏ ਹਨ। ਸੁਪਨੇ ਮੈਂ ਤਿਸ ਕੋ ਸਮਝਾਇਓ। ਹੁਣ ਜਦੋਂ ਇਸ ਪ੍ਰਕਾਰ ਦੇ ਨਾਲ ਭਿਆਨਕ ਰੂਪ ਵੇਖਿਆ, ਜੋਗਨੀਆਂ ਨੂੰ ਵੇਖਿਆ ਤੇ ਡਰਿਆ ਬ੍ਰਾਹਮਣ ਇਹ ਖੇਡਾ ਸੋਨੀ ਡਰਦਾ ਹੋਇਆ ਹੁਣ ਪੁਕਾਰ ਕਰਦਾ ਹੈ। ਡਰੇ ਹੋਏ ਨੂੰ ਜਦੋਂ ਦੇਵੀ ਨੇ ਦਰਸ਼ਨ ਦਿੱਤੇ ਤੇ ਇਹਨੂੰ ਸੁਪਨੇ ਦੇ ਵਿੱਚ ਸਮਝਾਉਣਾ ਕੀਤਾ, ਕਹਿਣ ਲੱਗੇ ਉਤੋਂ ਭਗਤ ਤਬ ਦਰਸ਼ਨ ਪਾਇਓ। ਕਹਿਣ ਲੱਗੇ ਤੂੰ ਮੇਰਾ ਭਗਤ ਸੀ ਤੇ ਹੁਣ ਤੂੰ ਡਰਿਆ ਤਾਂ ਹੀ ਤੈਨੂੰ ਇਹ ਦਰਸ਼ਨ ਮੇਰੇ ਪ੍ਰਾਪਤ ਹੋਏ ਹਨ। ਸਤਿਗੁਰ ਤੇ ਬੇਮੁਖ ਹੋਏ ਆਵਾ। ਤੂੰ ਪੁੱਛਿਆ ਕਿ ਮੇਰੇ ਵਿੱਚ ਕਿਹੜਾ ਦੋਸ਼ ਹੈ, ਕਿਹੜਾ ਪਾਪ ਮੇਰੇ ਕੋਲੋਂ ਹੋ ਗਿਆ, ਮੈਨੂੰ ਜੋਗਨੀਆਂ ਨੇ ਘੇਰ ਲਿਆ, ਖਾਨ ਨੂੰ ਫਿਰਦੀਆਂ ਨੇ। ਤੂੰ ਗੁਰੂ ਤੋਂ ਬੇਮੁਖ ਹੋ ਕੇ ਆਇਆ ਹੈ। ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਤੂੰ ਗੁਰੂ ਤੋਂ ਬੇਮੁਖ ਹੋ ਕੇ ਚੱਲ ਕੇ ਆਇਆ, ਗੁਰੂ ਦੇ ਦਰਸ਼ਨ ਨਹੀਂ ਕੀਤੇ। ਜਾਂ ਤੇ ਤੋਏ ਤਰਾਸ ਦਰਸਾਵਾ। ਇਸ ਕਰਕੇ ਤੈਨੂੰ ਇਹ ਵੱਡਾ ਭਿਆਨਕ ਡਰ ਦਿੱਤਾ ਹੈ। ਮੋਏ ਭਗਤ ਕਰ ਬੇਫਲ ਇਹ ਹੈ। ਮੇਰੇ ਭਗਤੀ ਕਰਨ ਦਾ ਫਲ ਇਹੀ ਹੈ। ਸ਼ਰਧਾ ਯੁਤ ਗੁਰ ਦਰਸ਼ਨ ਲੈ ਹੈ। ਜੇ ਮੇਰੇ ਭਗਤੀ ਕਰਕੇ ਫਲ ਲੈਣਾ ਤੇ ਫਲ ਇਹ ਆ ਕਿ ਸ਼ਰਧਾ ਧਾਰਨ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰੋ। ਸ਼ਰਧਾ ਨੂੰ, ਪ੍ਰੇਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਗੁਰੂ ਦੇ ਦਰਸ਼ਨ ਪਰਸਨਾ ਕਰ। ਨਾਏ ਤਾਂ ਮੇਰੀ ਭਗਤ ਨਾ ਪਾਵੇਂ। ਤੇ ਨਹੀਂ ਤੇ ਮੇਰੇ ਭਗਤੀ ਦਾ ਫਲ ਪ੍ਰਾਪਤ ਨਹੀਂ ਹੋਏਗਾ। ਜੇ ਗੁਰੂ ਦੇ ਦਰਸ਼ਨ ਨਹੀਂ ਕਰੋਗੇ ਤੇ ਮੇਰੀ ਭਗਤੀ ਦਾ ਫਲ ਤੁਹਾਨੂੰ ਪ੍ਰਾਪਤ ਨਹੀਂ ਹੋਣਾ। ਗੁਰ ਤੇ ਬੇਮੁਖ ਹੋਏ ਦਰਸਾਵੇਂ। ਗੁਰੂ ਤੋਂ ਬੇਮੁਖ ਹੋ ਕੇ ਮੇਰੇ ਦਰਸ਼ਨ ਪ੍ਰਾਪਤ ਨਹੀਂ ਹੋਣਗੇ। ਜਗ ਤੇ ਉਦਾਰਨ ਹਿਤ ਅਵਤਾਰ। ਭਗਤ ਰੂਪ ਹੋਏ ਰਹਿਤੇ ਉਦਾਰ। ਜਗਤ ਦਾ ਉਧਾਰ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਭਗਤੀ ਨੂੰ ਦ੍ਰਿੜ ਕਰਵਾਉਣ ਵਾਸਤੇ, ਭਗਤੀ ਰੂਪ ਹੋ ਕਰਕੇ ਸੰਸਾਰ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸੰਸਾਰ ਵਿੱਚ ਆਏ ਹਨ। ਲੱਖੋਂ ਲੋਕ ਸੁਮਤ ਕੋ ਪਾਏ। ਲੱਖਾਂ ਲੋਕ ਗੁਰੂ ਸਾਹਿਬ ਦੇ ਦੀਦਾਰ ਕਰਕੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਸ੍ਰੇਸ਼ਟ ਮਤ ਪ੍ਰਾਪਤ ਕਰਦੇ ਹਨ। ਸਿੱਖੀ ਮਾਰਗ ਕੋ ਪ੍ਰਗਟਾਈ। ਜਿਨ੍ਹਾਂ ਨੇ ਸੰਸਾਰ ਦੇ ਵਿੱਚ ਸਿੱਖੀ ਦੇ ਮਾਰਗ ਨੂੰ ਪ੍ਰਗਟ ਕੀਤਾ, ਜਿਹੜੇ ਸਿੱਖੀ ਦੇ ਮਾਰਗ ਦਾ ਵਿਸਥਾਰ ਕਰ ਰਹੇ ਹਨ। ਦੁਰੇ ਰਹੇ ਪ੍ਰਭ ਕੇ ਅਵਤਾਰ। ਤੇ ਜਿਹੜੇ ਪ੍ਰਭੂ ਦੇ ਅਵਤਾਰ ਸੰਸਾਰ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਆਉਂਦੇ ਹਨ। ਹਟ ਅਬ ਮਿਲੋ ਭਰਮ ਨਿਰਵਾਰ। ਉਹਨਾਂ ਦੇ ਦਰਸ਼ਨ ਨਹੀਂ ਕੀਤੇ। ਹੁਣ ਭਰਮ ਨੂੰ ਨਿਵਰਤ ਕਰਕੇ, ਭਰਮ ਦਾ ਤਿਆਗ ਕਰਕੇ ਤੂੰ ਉਹਨਾਂ ਦੇ ਜਾ ਕੇ ਦਰਸ਼ਨ ਕਰ, ਜਿਨ੍ਹਾਂ ਦੇ ਕੋਲੋਂ ਦੌੜ ਕੇ ਆਇਆ, ਜਿਨ੍ਹਾਂ ਦੇ ਤੂੰ ਦਰਸ਼ਨ ਨਹੀਂ ਕੀਤੇ। ਐਸੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਰਮ ਰਹਿਤ ਹੋ ਕੇ ਦਰਸ਼ਨ ਕਰਨਾ ਕਰ। ਸੁਨ ਸੁਪਨੇ ਮੈਂ ਬੰਧਨ ਕੀਨ। ਤੇ ਇਸ ਪ੍ਰਕਾਰ ਦੇ ਨਾਲ ਇਸ ਖੇਡਾ ਸੋਨੀ ਬ੍ਰਾਹਮਣ ਨੇ ਜਦੋਂ ਸੁਪਨੇ ਦੇ ਵਿੱਚ ਦੇਵੀ ਕੋਲੋਂ ਸੁਨਿਆ, ਨਮਸਕਾਰ ਕੀਤੀ ਹੈ। ਜਾਗੇ ਪੁਨ ਅਚਰਜ ਮਨ ਲੀਨ। ਇਹਨੇ ਮਨ ਵਿੱਚ ਹੈਰਾਨਗੀ ਹੋਈ, ਅਚਰਜ ਜਾਣਨਾ ਕੀਤਾ ਕਿ ਮੇਰੇ ਵੱਡੇ ਭਾਗ ਜਾਗੇ ਹਨ, ਵੱਡੇ ਪੁੰਨ ਮੇਰੇ ਜਿਹੜੇ ਉਹ ਪ੍ਰਗਟ ਹੋਏ ਹਨ। ਦੋਹਰਾ ਪਈ ਪੂਰ ਉੱਠ ਕਰ ਹਟਿਓ। ਦਰਸ਼ਨ ਗੁਰ ਕੀ ਪ੍ਰੀਤ। ਤੇ ਸਵੇਰ ਹੋਈ, ਇਹ ਖੇਡਾ ਜਾਗਿਆ ਤੇ ਹਿਰਦੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਪ੍ਰੀਤ ਬਣੀ ਹੈ। ਆਇਓ ਗੋਇੰਦਵਾਲ ਮੈਂ ਦਿੜ ਸ਼ਰਦਾ ਧਰ ਚੀਤ। ਹਿਰਦੇ ਦੇ ਅੰਦਰ ਦ੍ਰਿੜ ਸ਼ਰਧਾ ਧਾਰਨ ਕਰਕੇ ਖੇਡਾ ਸਤਿਗੁਰਾਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਚੱਲ ਕੇ ਆਇਆ। ਚੌਪਈ
ਪ੍ਰਥਮ ਦੇਗ ਮੈਂ ਅਚਿਓ ਆਹਾਰਾ। ਹੁਣ ਜਿਹੜੇ ਸਿੱਖ ਨੇ ਗੁਰੂ ਸਾਹਿਬ ਜੀ ਦੀ ਆਗਿਆ ਪਹਿਲਾਂ ਦੱਸੀ ਸੀ, ਗੁਰੂ ਸਾਹਿਬ ਦਾ ਹੁਕਮ ਹੈ ਦੇਗ ਲੰਗਰ ਵਿੱਚੋਂ ਭੋਜਨ ਛਕਣਾ। ਹੁਣ ਗੋਇੰਦਵਾਲ ਸਾਹਿਬ ਪਹੁੰਚ ਕੇ ਖੇੜਾ ਸੋਨੀ ਨੇ ਲੰਗਰ ਦੇ ਵਿੱਚੋਂ ਸਭ ਤੋਂ ਪਹਿਲਾਂ ਭੋਜਨ ਛਕਿਆ ਹੈ। ਪੁਨ ਗਮਨਿਓ ਜੈ ਸਤਿਗੁਰ ਦੁਆਰਾ। ਤੇ ਫਿਰ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਦੁਆਰ ਸੀ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਦਰਬਾਰ ਸ਼ੋਭਦਾ ਸੀ, ਲੰਗਰ ਵਿੱਚੋਂ ਭੋਜਨ ਛਕ ਕੇ ਫਿਰ ਉੱਥੇ ਪਹੁੰਚਿਆ ਹੈ। ਜਿਸ ਕੈ ਹਿਰਦੇ ਪ੍ਰੇਮ ਬਹੁ ਜਾਗਾ। ਤੇ ਹੁਣ ਹਿਰਦੇ ਦੇ ਵਿੱਚ ਜਿਹਦੇ ਬਹੁਤ ਪ੍ਰੇਮ ਵਧਿਆ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ, ਜਾਗਨ ਲਗੇ ਭਾਲ ਕੇ ਭਾਗਾ। ਹੁਣ ਇਹਦੇ ਭਾਗ ਜਿਹੜੇ ਉਹ ਜਾਗਣ ਲੱਗੇ ਨੇ, ਜਾਣਿਆ ਇਹਨੇ ਮੇਰੇ ਭਾਗ ਜਾਗੇ ਨੇ, ਮੈਨੂੰ ਗੁਰੂ ਸਾਹਿਬ ਜੀ ਦੇ ਹੁਣ ਦਰਸ਼ਨ ਪ੍ਰਾਪਤ ਹੋਣਗੇ। ਦਰਸ਼ਨ ਕਰਿਓ ਜਾਏ ਕਰ ਜਬੇ। ਉਸੇ ਵਕਤ ਤੁਰਤ ਚੱਲ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ। ਪ੍ਰੇਮ ਅਧੀਨ ਭਰਿਓ ਪਦ ਤਬੇ। ਤੇ ਹੁਣ ਪ੍ਰੇਮ ਅਧੀਨ ਹੋਇਆ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਿਆ। ਸਤਿਗੁਰ ਨੇ ਬੂਝਿਓ ਦਿਜ ਕਹੋ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਜਦੋਂ ਇਹ ਬ੍ਰਾਹਮਣ ਖੇਡਾ ਢਹਿ ਪਿਆ ਤੇ ਸਤਿਗੁਰੂ ਪਾਤਸ਼ਾਹ ਜੀ ਵੇਖ ਕਰਕੇ ਪੁੱਛਣ ਲੱਗੇ, ਕਿਤ ਤੇ ਆਏ ਦਰਸ ਕੋ ਲਹੋ। ਤੇ ਕਹਿਣ ਲੱਗੇ ਕਿ ਕਿਸ ਪ੍ਰਕਾਰ ਦੇ ਨਾਲ ਕਿੱਥੋਂ ਚੱਲ ਕੇ ਆਏ ਹੋ, ਕਿਵੇਂ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੇ ਹੋ। ਸੁਨ ਖੇਡੇ ਨੇ ਸਰਬ ਬਿਰਤਾਂਤ। ਹੁਣ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਜਾਣਦੇ ਸੰਸਾਰਾ, ਕੁਝ ਪ੍ਰਸੰਗ ਉਹਨਾਂ ਤੋਂ ਕੋਈ ਜਿਹੜਾ ਬਿਰਤਾਂਤ ਕੋਈ ਭੁੱਲਿਆ ਨਹੀਂ ਸੀ, ਪਰ ਇਹਦੇ ਮੁਖ ਵਿੱਚੋਂ ਸੁਣਨਾ ਚਾਹੁੰਦੇ ਗੁਰੂ ਪਾਤਸ਼ਾਹ ਕਹਿਣ ਲੱਗੇ, ਆਓ ਬ੍ਰਾਹਮਣ ਜੀ ਕਿਵੇਂ ਚੱਲ ਕੇ ਕਿੱਥੋਂ ਚੱਲ ਕੇ ਆਏ ਹੋ ਦਰਸ਼ਨ ਕਰਨ ਵਾਸਤੇ। ਤੇ ਸੁਣ ਕਰਕੇ ਬੋਲਿਆ, ਕਹਿਣ ਲੱਗਾ, ਬਿਦਤ ਗੁਪਤ ਸਭ ਕੈ ਬਖਿਆਤ। ਤੇ ਪਾਤਸ਼ਾਹ ਜੀ ਜੋ ਗੁਪਤ ਰੂਪ ਵਿੱਚ ਮੈਂ ਸੁਪਨੇ ਦੇ ਵਿੱਚ ਵੇਖਿਆ ਉਹ ਹੁਣ ਬਿਦਤ ਕਰਨ ਲੱਗਾ। ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਸਤਿਗੁਰੂ ਜੀ ਨੇ ਜਿਵੇਂ ਪੁੱਛਿਆ ਇਹਦੇ ਕੋਲੋਂ ਉਹ ਦੱਸ ਰਿਹਾ ਹੈ। ਮਨ ਗਿਲਾਨ ਕਰ ਮੈਂ ਉੱਠ ਗਇਓ। ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਜਦੋਂ ਇੱਥੇ ਆਇਆ ਤੇ ਮੇਰੇ ਮਨ ਦੇ ਅੰਦਰ ਜਿਹੜੀ ਗਲਾਨੀ ਆ ਗਈ ਪਾਤਸ਼ਾਹ। ਜਦੋਂ ਸਿੱਖ ਨੇ ਕਿਹਾ ਕਿ ਪਹਿਲਾਂ ਭੋਜਨ ਦੇ ਵਿੱਚ ਲੰਗਰ ਛਕਣਾ ਕਰ, ਮੈਂ ਸੋਚਿਆ ਤੁਹਾਡੇ ਇਸ ਲੰਗਰਾਂ ਦੇ ਵਿੱਚ ਛੋਟੀ ਉੱਚੀ ਨੀਵੀਂ ਜਾਤ ਦੇ ਹਰ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ, ਮੇਰਾ ਧਰਮ ਉੱਚਾ ਹੈ, ਮੇਰੀ ਕੁੱਲ ਉੱਚੀ ਹੈ, ਮੇਰੇ ਮਨ ਅੰਦਰ ਗਲਾਨੀ ਆਈ ਹੈ, ਗਲਾਨ ਦੇ ਕਾਰਨ ਮੈਂ ਪਿੱਛੇ ਹਟ ਗਿਆ। ਦਾਰੁਨ ਦਰਸ ਕਾਲ ਕਾ ਭਇਓ। ਤੇ ਜਦੋਂ ਫਿਰ ਮੈਨੂੰ ਸੁੱਤੇ ਹੋਏ ਨੂੰ ਕਾਲਕਾ ਨੇ ਦਰਸ਼ਨ ਦਿੱਤੇ, ਤੁਮਰੋ ਭੇਵ ਬਤਾਇਓ ਸਾਰੋ। ਤੇ ਬੜਾ ਡਰਾਵਨਾ ਰੂਪ ਮੈਂ ਵੇਖਿਆ ਕਾਲਕਾ ਦਾ ਤੇ ਮੈਂ ਬਹੁਤ ਡਰਿਆ। ਫਿਰ ਜਿਹੜਾ ਪਾਤਸ਼ਾਹ ਜੀ ਤੁਹਾਡਾ ਬਿਰਧ, ਤੁਹਾਡਾ ਜਿਹੜਾ ਪ੍ਰਤਾਪ ਹੈ ਉਹ ਮੈਨੂੰ ਸਾਰਾ ਦੱਸਣਾ ਕੀਤਾ। ਹਟ ਆਇਓ ਮੈਂ ਸ਼ਰਨ ਤੁਹਾਰੋ। ਤੇ ਸਤਿਗੁਰੂ ਪਾਤਸ਼ਾਹ ਜੀ ਮੈਂ ਸੁਪਨੇ ਦੇ ਵਿੱਚ ਉਹ ਸਾਰਾ ਕੁਝ ਜਦੋਂ ਸੁਣਿਆ ਤੇ ਸੁਣ ਕਰਕੇ ਮੈਂ ਉੱਥੋਂ ਵਾਪਸ ਮੁੜ ਆਇਆ। ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਮੈਂ ਚੱਲ ਕੇ ਆਇਆ ਹਾਂ। ਅਬ ਮੇਰੇ ਪਰ ਜੇ ਤੁਮ ਦਇਆ। ਸਤਿਗੁਰੂ ਪਾਤਸ਼ਾਹ ਜੀ ਹੁਣ ਜੇ ਤੁਸੀਂ ਮੇਰੇ ਤੇ ਦਇਆ ਕਰ ਦਵੋ, ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਇਆ ਦਰਸ਼ਨਾਂ ਵਾਸਤੇ, ਹੁਣ ਆਪ ਜੀ ਮੇਰੇ ਤੇ ਕਿਰਪਾ ਕਰੋ, ਦਇਆ ਕਰ ਦੇਵੋ। ਸੁਪਨੇ ਮੈਂ ਦੇਵੀ ਕੈ ਦਇਆ। ਸੁਪਨੇ ਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਮੈਨੂੰ ਦੇਵੀ ਨੇ ਦਇਆ ਕਰਕੇ ਇਹ ਦੱਸਣਾ ਕੀਤਾ। ਕੁਪਤ ਰੂਪ ਤਬ ਹੀਰਨ ਕਰਿਓ। ਕਿਉਂਕਿ ਬੜਾ ਭਿਆਨਕ ਰੂਪ ਉਹਨੇ ਧਾਰਨ ਕੀਤਾ, ਉਹਦਾ ਬੜਾ ਭਿਆਨਕ ਰੂਪ ਵੇਖ ਕਰਕੇ ਮੈਂ ਬਹੁਤ ਡਰਿਆ। ਸੁਨੇ ਬਾਕ ਜਿਸ ਕੇ ਮੈਂ ਮੁਰਿਓ। ਤੇ ਜਿਹਦੇ ਵਾਕ ਸੁਣ ਕੇ ਜਿਸ ਦੇਵੀ ਨੇ ਮੈਨੂੰ ਕਹਿ ਕਰਕੇ ਭੇਜਿਆ, ਜਿਹਦੇ ਵਾਕ ਸੁਣ ਕਰਕੇ ਮੈਂ ਮੁੜ ਕੇ ਆਇਆ ਹਾਂ। ਸੋ ਸਰੂਪ ਜਗ ਮਾਤ ਮਹਾਬਰ। ਉਹ ਜਿਹੜਾ ਮਹਾਨ ਸਵਰੂਪ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਇਸ ਸੰਸਾਰ ਦੇ ਵਿੱਚ ਆਪ ਜੀ ਲੈ ਕਰਕੇ ਪ੍ਰਗਟ ਹੋਏ ਹੋ। ਭਈ ਕਿ ਨਹੀਂ ਪ੍ਰਸੰਨ ਮੋਹਿ ਪਰ। ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਮੈਂ ਇੰਨਾ ਸਮਾਂ ਦੇਵੀ ਦਾ ਭਗਤ ਰਿਹਾ, ਉਹਦੀ ਪੂਜਾ ਕਰਦਾ ਰਿਹਾ, ਉਹਦੇ ਦਰਸ਼ਨਾਂ ਵਾਸਤੇ ਜਾਂਦਾ ਰਿਹਾ, ਉਹ ਦੇਵੀ ਮੇਰੇ ਤੇ ਪ੍ਰਸੰਨ ਵੀ ਹੋਈ ਹੈ ਕਿ ਨਹੀਂ?
ਜਿਹੜੀ ਦੇਵੀ ਦੀ ਮੈਂ ਪੂਜਾ ਕਰਦਾ ਰਿਹਾ, ਆਪ ਜੀ ਕਿਰਪਾ ਕਰਕੇ ਦੱਸੋ ਕੋਈ ਦੇਵੀ ਮੇਰੇ ਤੇ ਪ੍ਰਸੰਨ ਵੀ ਹੋਈ ਹੈ ਕਿ ਨਹੀਂ। ਏਓ ਸੰਦੇਹੋ ਮਹਾ ਉਰ ਮੇਰੇ। ਪਾਤਸ਼ਾਹ ਜੀ ਮਹਾਨ ਸੰਦੇਹ ਸੰਸਾ ਮੇਰੇ ਮਨ ਅੰਦਰ ਬਣਿਆ ਹੈ। ਮਿਟੇ ਨਾ ਬਿਨਾ ਭਗਵਤੀ ਹੇਰੇ। ਹੁਣ ਉਸ ਦੇਵੀ ਦੇ ਦਰਸ਼ਨ ਕੀਤਿਆਂ ਬਿਨਾ ਮੇਰੇ ਅੰਦਰੋਂ ਇਹ ਸੰਦੇਹ ਮਿਟਣਾ ਨਹੀਂ। ਜਿਹੜਾ ਭਿਆਨਕ ਰੂਪ ਮੈਂ ਵੇਖਿਆ, ਜਿਸ ਨੇ ਮੈਨੂੰ ਪ੍ਰੇਰ ਕਰਕੇ ਇੱਥੇ ਭੇਜਣਾ ਕੀਤਾ, ਜਿਹਦੇ ਬਾਕ ਸੁਣ ਕੇ ਆਇਆ, ਹੁਣ ਉਹਦੇ ਦਰਸ਼ਨ ਕੀਤਿਆਂ ਬਿਨਾ ਇਹ ਸੰਦੇਹ ਨਹੀਂ ਮਿਟਣਾ। ਤੁਮ ਸਮਰੱਥ ਸਭ ਰੀਤ ਮਹਾਨਾ। ਸਤਿਗੁਰੂ ਪਾਤਸ਼ਾਹ ਜੀ ਤੁਸੀਂ ਸਮਰੱਥ ਹੋ, ਸਰਬ ਰੀਤੀਆਂ ਦੇ ਕਰਨ ਵਾਲੇ, ਆਪ ਸਮਰੱਥ ਗੁਰੂ ਹੋ। ਕਿਰਪਾ ਕਰੋ ਸੰਸੈ ਉਰਹਾਨਾ। ਜਿਹੜਾ ਮੇਰਾ ਹਿਰਦੇ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਸੰਸਾ ਬਣਿਆ, ਕਿਰਪਾ ਕਰਕੇ ਉਹ ਸੰਸੇ ਦਾ ਨਾਸ਼ ਕਰ ਦਿਓ, ਨਿਵਰਤ ਕਰ ਦੇਵੋ। ਸੁਨ ਸ਼੍ਰੀ ਸਤਿਗੁਰ ਬਿਕਸੇ ਭਾਖਿਓ। ਇਹਦੀ ਬੇਨਤੀ ਸੁਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ, ਇਮ ਪੀ ਹੋਏ ਜਥਾ ਅਬਿਲਾਖਿਓ। ਸਤਿਗੁਰੂ ਪਾਤਸ਼ਾਹ ਜੀ ਨੇ ਜਿਵੇਂ ਹੋਇਆ ਉਸੇ ਤਰ੍ਹਾਂ ਦਰਸ਼ਨਾ ਕੀਤਾ। ਸ਼ਕਤ ਨਾਸ ਜੋ ਦੁਰਗਾ ਹੇਰੇ। ਕਹਿਣ ਲੱਗੇ, ਜੋ ਤੇਰੇ ਵਿੱਚ ਜੋ ਕੁਝ ਵੀ ਤੂੰ ਵੇਖਣਾ ਕੀਤਾ, ਤੇਰੇ ਵਿੱਚ ਐਸੀ ਕੋਈ ਤਾਕਤ ਨਹੀਂ ਸੀ ਤੂੰ ਵੇਖ ਸਕਦਾ। ਹੋਏ ਬਿਦਤ ਠਹਿਰੇ ਨਾ ਅਗੇਰੇ। ਜਦੋਂ ਉਹ ਦੇਵੀ ਪ੍ਰਗਟ ਹੁੰਦੀ ਹੈ, ਬਿਦਤ ਹੁੰਦੀ ਹੈ, ਤੇ ਉਹਦੇ ਅੱਗੇ ਕੋਈ ਆਮ ਮਨੁੱਖ ਉਹ ਠਹਿਰ ਨਹੀਂ ਸਕਦਾ, ਉਹਨੂੰ ਵੇਖ ਨਹੀਂ ਸਕਦਾ। ਇਸ ਗਤ ਕੋ ਉਰ ਲਿਹੋ ਵਿਚਾਰੀ। ਇਸ ਗਤ ਨੂੰ ਭਲੀ ਪ੍ਰਕਾਰ ਦੇ ਨਾਲ ਆਪਣੇ ਹਿਰਦੇ ਦੇ ਅੰਦਰ ਵਿਚਾਰਨਾ ਕਰੋ। ਸੁਨ ਖੇਡੇ ਪੁਨ ਗਿਰਾ ਉਚਾਰੀ। ਤੇ ਸਤਿਗੁਰੂ ਪਾਤਸ਼ਾਹ ਜੀ ਜੇ ਜਦੋਂ ਇਹ ਬੋਲ ਸੁਨੇ ਕਿ ਤੇਰੇ ਤੇ ਦੇਵੀ ਨੇ ਕਿਰਪਾ ਕੀਤੀ ਹੈ, ਤੂੰ ਜੇ ਉਹਦੀ ਭਗਤੀ ਕਰਦਾ ਸੀ, ਪੂਜਾ ਕਰਦਾ ਸੀ, ਉਹਦਾ ਸੇਵਕ ਬਣ ਕੇ, ਦਾਸ ਬਣ ਕੇ, ਤਾਂ ਹੀ ਤੈਨੂੰ ਉਹਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਇੱਥੇ ਭੇਜਿਆ। ਇਹਨੇ ਪੁੱਛਿਆ ਸੀ ਕਿ ਮੈਨੂੰ ਦਰਸ਼ਨ, ਮੇਰੀ ਜਿਹੜੀ ਭਗਤੀ ਹੈ ਉਹ ਪ੍ਰਵਾਨ ਹੋਈ ਹੈ ਕਿ ਨਹੀਂ, ਉਹਦੇ ਦਰਸ਼ਨ ਕੀਤੇ ਬਿਨਾ ਮੇਰਾ ਸੰਸਾਰ ਨਿਵਰਤ ਨਹੀਂ ਹੋਣਾ। ਤੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਸੁਪਨੇ ਵਿੱਚ ਵੇਖ ਕੇ ਆਇਆ, ਕਿਰਪਾ ਹੋਈ ਤਾਂ ਹੀ ਤੂੰ ਵੇਖਿਆ, ਬਿਨਾਂ ਕਿਰਪਾ ਤੋਂ ਕੋਈ ਮਨੁੱਖ ਵੇਖ ਨਹੀਂ ਸਕਦਾ। ਬਿਨਾਂ ਮਨੁੱਖ ਜਿਹੜਾ ਭਾਗਾਂ ਤੋਂ ਉਹਦੇ ਅੱਗੇ ਠਹਿਰ ਨਹੀਂ ਸਕਦਾ। ਸੁਨ ਖੇਡੇ ਪੁਨ ਗਿਰਾ ਉਚਾਰੀ। ਇਹ ਸੁਣ ਕਰਕੇ ਖੇਡੇ ਨੇ ਫਿਰ ਬੇਨਤੀ ਕੀਤੀ, ਕਰੁਣਾ ਕਰੋ ਦਿਖਾਵੋ ਮੋਹੀ। ਤੇ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਹ ਵਿਖਾਉਣਾ ਕਰੋ। ਸਹੋ ਸਕਲਈ ਜਸਗਤ ਹੋਈ। ਜਿਸ ਤਰ੍ਹਾਂ ਦੀ ਭਾਵੇਂ ਮੇਰੀ ਹਾਲਤ ਜਿਵੇਂ ਦੀ ਮਰਜ਼ੀ ਹੋ ਜਾਵੇ, ਮੈਂ ਉਹ ਹਾਲਤ ਬਰਦਾਸ਼ਤ ਕਰ ਲਵਾਂਗਾ। ਮੇਰੇ ਸਰੀਰ ਦੀ ਹਾਲਤ ਜੋ ਮਰਜ਼ੀ ਹੋਵੇ, ਪਰ ਕਿਰਪਾ ਕਰਕੇ ਇੱਕ ਵਾਰੀ ਮੈਨੂੰ ਵਿਖਾ ਦੇਵੋ। ਸ਼੍ਰੀ ਪ੍ਰਭ ਬੱਲੂ ਸੰਗ ਬਖਾਨਾ। ਤੇ ਭਾਈ ਬੱਲੂ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਇਸ ਕੋ ਗਹੋ ਪਾਨ ਮੈਂ ਪਾਨਾ। ਕਹਿਣ ਲੱਗੇ ਭਾਈ ਬੱਲੂ ਨੂੰ ਕਿ ਇਸ ਨੂੰ ਘਰ ਦੇ ਵਿੱਚ ਲੈ ਜਾਓ, ਇਹਦਾ ਹੱਥ ਪਕੜ ਕੇ, ਪਕੜ ਕਰਕੇ ਭਾਈ ਜਿੱਥੇ ਭਾਈ ਬੱਲੂ ਇਹਨੂੰ ਘਰ ਦੇ ਵਿੱਚ ਲਿਜਾਣਾ ਕਰੋ। ਅਬ ਲੈ ਜਾਵੋ ਬੀਚ ਚੁਬਾਰੇ। ਇਹਦਾ ਚੁਬਾਰਾ ਸਾਹਿਬ ਵਾਲਾ ਸਥਾਨ ਹੈ, ਭਾਈ ਬੱਲੂ ਇਹਨੂੰ ਉੱਥੇ ਜਾ ਕੇ ਵਿਖਾਉਣਾ ਕਰੋ, ਲੈ ਕੇ ਜਾਣਾ ਕਰੋ। ਜਗ ਮਾਤਾ ਕੋ ਦਰਸ ਨਿਹਾਰੇ। ਜਿਹੜੇ ਮਾਤਾ ਨੂੰ ਦਰਸ਼ਨ ਕਰਨਾ ਚਾਹੁੰਦਾ ਹੈ, ਉਹਦੇ ਜਾ ਕੇ ਇਹ ਦਰਸ਼ਨ ਕਰ ਲਵੇ। ਸੁਨ ਆਗਿਆ ਬੱਲੂ ਗਹਿ ਕਰ ਕੋ। ਭਾਈ ਬੱਲੂ ਨੇ ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਹੁਣ ਇਸ ਖੇਡੇ ਸੋਇਨੀ ਬ੍ਰਾਹਮਣ ਦਾ ਹੱਥ ਆਪਣੇ ਹੱਥ ਵਿੱਚ ਪਕੜਿਆ ਤੇ ਕਿਵੇਂ ਚੁਬਾਰਾ ਸਾਹਿਬ ਵਾਲੇ ਸਥਾਨ ਤੇ ਲੈ ਕੇ ਜਾਂਦਾ ਹੈ, ਇਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਨ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਵਰਣਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨ